ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਮੈਟਰ ਦੇ ਵਿੱਚ ਮੈਂ ਹਾਂ ਮਨਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਦੋਸਤੋ ਇਮੀਗ੍ਰੇਸ਼ਨ ਮੈਟਰ ਦੇ ਵਿੱਚ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਜਿਹੜੇ ਜਿੰਨੇ ਵੀ ਸਵਾਲ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਦੇ ਜਿਹੜੇ ਆਨਸਰ ਦਿੱਤੇ ਜਾਣ ਤੇ ਇਸੇ ਦੇ ਲਈ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਮਨੂ ਦੱਤਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਮਨਪ੍ਰੀਤ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਹੈ ਮਨੂ ਜੀ? ਆਲ ਗੁੱਡ, ਥੈਂਕ ਯੂ ਜੀ। ਹਾਂਜੀ ਮਨੂ ਸਰ, ਕੀ ਰਿਪੋਰਟ ਆ, ਕੋਈ ਨਵੀਂ ਅਪਡੇਟ ਆਈ ਹੈ ਸਾਡੇ ਦਰਸ਼ਕਾਂ ਦੇ ਲਈ ਇਮੀਗ੍ਰੇਸ਼ਨ ਤੋਂ? ਮਨਪ੍ਰੀਤ, ਇਮੀਗ੍ਰੇਸ਼ਨ ਇੱਕ ਇਹੋ ਜਿਹਾ ਖੇਤਰ ਹੈਗਾ, ਇੱਕ ਇਹੋ ਜਿਹਾ ਫੀਲਡ ਹੈਗਾ, ਹਰ ਇੱਕ ਦੀ ਇਨਵੋਲਵਮੈਂਟ ਰਹਿੰਦੀ ਹੈਗੀ ਬਿਕੋਜ਼ ਅਸੀਂ ਸਾਰੇ ਪਰਿਵਾਰ ਸਾਡੇ ਜੁੜੇ ਹੋਏ ਨੇ। ਅਸੀਂ ਚਾਹੁੰਦੇ ਸਾਡੇ ਹੋਰ ਫੈਮਿਲੀ ਮੈਂਬਰਸ ਕੈਨੇਡਾ ਆ ਜਾਣ ਸਾਡੇ ਤੇ ਉਹ ਸਾਡੀ ਕਿਉਰਿਓਸਿਟੀ ਵੀ ਬਣੀ ਰਹਿੰਦੀ ਹੈ ਤੇ ਅਸੀਂ ਨਵੀਂ ਅਪਡੇਟਸ ਪਾਸ ਵੀ ਤੁਰੇ ਰਹਿੰਦੇ ਹੈਗੇ ਆ। ਲੇਟੈਸਟ ਅਪਡੇਟਸ ਇਹ ਹੈਗੀਆਂ ਜੀ ਕਿ ਅੱਜ ਦੀ ਤਰੀਕ ਦੇ ਵਿੱਚ ਹਾਲੇ ਤੱਕ ਸੋਚਿਆ ਜਾ ਰਿਹਾ ਸੀਗਾ ਕਿ ਐਕਸਪ੍ਰੈਸ ਐਂਟਰੀ ਦੇ ਨਵੇਂ ਡਰਾਜ਼ ਜਿਹੜੇ ਹੈਗੇ ਨੇ ਉਹ ਜੂਨ ਤੱਕ ਨਹੀਂ ਹੋਣਗੇ ਬਟ ਉਹ ਲੇਟੈਸਟ ਅਪਡੇਟ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਦਾ ਬੈਕਲੌਗ ਨਿਕਲ ਰਿਹਾ ਹੈਗਾ, ਜਿਸ ਤਰ੍ਹਾਂ ਦੇ ਬੈਕਲੌਗ ਦੇ ਉੱਤੇ ਪ੍ਰੋਸੈਸ ਹੋ ਰਿਹਾ ਖਾਸ ਕਰ ਐਕਸਪ੍ਰੈਸ ਐਂਟਰੀ ਦੀਆਂ ਐਪਲੀਕੇਸ਼ਨਸ ਤੇ ਬਿਕੋਜ਼ 1.25 ਲੱਖ ਦੇ ਆਸ-ਪਾਸ ਐਕਸਪ੍ਰੈਸ ਐਂਟਰੀ ਦੇ ਐਪਲੀਕੇਸ਼ਨ ਸੀਗੀਆਂ ਜਿਹੜੀਆਂ ਪ੍ਰੋਸੈਸਿੰਗ ਦੇ ਵਿੱਚ ਸੀਗੀਆਂ। ਉਹਦੇ ਵਿੱਚ ਪਹਿਲੇ ਨਾਰਮਲ ਡਿਊਰਿੰਗ ਕੋਵਿਡ ਜਾਂ ਉਸ ਟਾਈਮ ਤੇ 250 ਐਪਲੀਕੇਸ਼ਨ ਹਰ ਵੀਕ ਪ੍ਰੋਸੈਸ ਹੁੰਦੀਆਂ ਸੀਗੀਆਂ। ਅੱਜ ਦੀ ਤਰੀਕ ਦੇ ਵਿੱਚ 800 ਐਪਲੀਕੇਸ਼ਨਸ ਆਲਮੋਸਟ ਐਵਰੀ ਵੀਕ ਪ੍ਰੋਸੈਸ ਹੋ ਰਹੀਆਂ। ਸੋ ਇਮੀਗ੍ਰੇਸ਼ਨ ਆਈਆਰਸੀਸੀ ਇਜ਼ ਡੂਇੰਗ ਅਮੇਜ਼ਿੰਗਲੀ ਗੁੱਡ ਜੌਬ ਐਟ ਦਿਸ ਪੁਆਇੰਟ ਆਫ ਟਾਈਮ। ਸੋ ਹੁਣ ਲੱਗਦਾ ਪਿਆ ਕਿ ਅਗਲੇ ਮਹੀਨੇ ਤੋਂ ਬਾਅਦ ਡਰਾਅ ਸ਼ੁਰੂ ਹੋ ਜਾਣਗੇ। ਹੋ ਸਕਦਾ ਮਈ ਦੇ ਲਾਸਟ ਵੀਕ ਦੇ ਵਿੱਚ ਵੀ ਮਾਈਟ ਸੀ ਅ ਨਿਊ ਡਰਾਅ ਕਮਿੰਗ ਅਪ ਐਕਸਪ੍ਰੈਸ ਐਂਟਰੀ ਆਫਟਰ ਆਲਮੋਸਟ 6-7 ਮੰਥਸ। ਜੀ ਆਪਾਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਕਿ ਸਾਡਾ ਇਹ ਪ੍ਰੋਗਰਾਮ ਲਾਈਵ ਹੈ। ਅਗਰ ਤੁਸੀਂ ਤੁਹਾਡੇ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਵੀ ਕੁਐਸਚਨ ਹੈ ਤੁਸੀਂ ਮਨੂ ਦੱਤਾ ਜੀ ਤੋਂ ਡਾਇਰੈਕਟ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਕਾਲ ਕਰਕੇ ਮਨੂ ਦੱਤਾ ਜੀ ਤੋਂ ਆਪਣੇ ਇਮੀਗ੍ਰੇਸ਼ਨ ਨਾਲ ਰਿਲੇਟਡ ਨੇ ਜਿਹੜੇ ਕੁਐਸਚਨਾਂ ਦੇ ਆਨਸਰ ਲੈ ਸਕਦੇ ਹੋ। ਮਨੂ ਦੱਤਾ ਜੀ, ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਸਕਿਲਡ ਵਰਕਰ ਦੀ ਤੇ ਸਕਿਲਡ ਵਰਕਰ ਦੀ ਜਿਹੜੀ ਕਾਫੀ ਜ਼ਿਆਦਾ ਡਿਮਾਂਡ ਉੱਠ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਅਸੀਂ ਦੇਖਿਆ ਗਿਆ ਕਿ ਲੇਬਰ ਦੀ ਸ਼ਾਰਟੇਜ ਆ। ਉਸ ਦੇ ਲਈ ਹੁਣ ਸਕਿਲਡ ਵਰਕਰ ਦੇ ਲਈ ਵਿਦਆਊਟ ਜਿਹੜਾ LMI ਉਹਦੇ ਲਈ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵਿਦਆਊਟ ਜਿਹੜਾ LMI ਵੀਜ਼ਾ ਦਿੱਤਾ ਜਾਵੇ। ਕਿ ਇਹਦੇ ਵਿੱਚ ਕੀ ਪ੍ਰੋਸੈਸ ਕੀ ਆ, ਕੀ ਇਦਾਂ ਹੋ ਰਹੀ ਹੈ ਪ੍ਰੋਗਰਾਮ? ਮਨਪ੍ਰੀਤ ਜੀ, ਆਵਾਜ਼ ਚੱਕਣੀ ਜਾਂ ਮੰਗ ਚੱਕਣੀ ਇਜ਼ ਨਾਟ ਸਮਥਿੰਗ ਨਿਊ, ਰਾਈਟ? ਆਪਾਂ ਮੰਗ ਚੱਕ ਸਕਦੇ ਹਾਂ, ਰਾਈਟ? ਬਟ ਗਵਰਨਮੈਂਟ ਹੈਜ਼ ਟੂ ਡਿਸਾਈਡ ਕਿ ਇਸ ਤਰ੍ਹਾਂ ਅਸੀਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੀ ਜਗ੍ਹਾ ਠੀਕ ਖੜੇ ਹੋ ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਜੇ ਅਨਐਮਪਲੋਇਮੈਂਟ ਰੇਟ ਦੀ ਗੱਲ ਕਰੀਏ ਉਹ ਲੀਸਟ ਹੈਗਾ ਐਂਡ ਇਸ ਤੋਂ ਥੱਲੇ ਕਦੀ ਵੀ ਅਨਐਮਪਲੋਇਮੈਂਟ ਰੇਟ ਨਹੀਂ ਗਿਆ ਕੈਨੇਡਾ ਦਾ। ਸੋ ਜਦ ਦਾ ਕੈਨੇਡਾ ਨੇ ਰਿਕਾਰਡ ਕਰਨਾ ਸ਼ੁਰੂ ਕੀਤੇ ਨੇ ਨੰਬਰਸ ਤੇ ਉਹਦਾ ਲੀਸਟ ਤੇ ਅਸੀਂ ਬੈਠੇ ਹਾਂ। ਉਹਦੇ ਬਾਵਜੂਦ ਅਸੀਂ ਤਕਰੀਬਨ 1 ਮਿਲੀਅਨ ਤੋਂ ਜ਼ਿਆਦਾ ਇਸ ਟਾਈਮ ਵੈਕੈਂਸੀਜ਼ ਹੈਗੀਆਂ ਕੈਨੇਡਾ ਦੇ ਵਿੱਚ ਐਂਡ ਇਹ ਵੈਕੈਂਸੀਜ਼ ਕੱਲੀਆਂ ਹਸਪਿਟੈਲਿਟੀ ਸੈਕਟਰ ਦੇ ਵਿੱਚ ਨਹੀਂ ਹੈਗੀਆਂ, ਰੈਸਟੋਰੈਂਟਸ ਦੇ ਵਿੱਚ ਨਹੀਂ ਹੈਗੀਆਂ, ਅਕੋਮੋਡੇਸ਼ਨ ਹੋਟਲਸ ਦੇ ਵਿੱਚ ਨਹੀਂ ਹੈਗੀਆਂ। ਅਸੀਂ ਲੇਬਰ ਦੀਆਂ ਸ਼ਾਰਟੇजेस ਕਰ ਲਈਏ, ਫੂਡ ਪ੍ਰੋਸੈਸਿੰਗ ਦੇ ਵਿੱਚ ਗੱਲ ਕਰ ਲਈਏ, ਅਸੀਂ ਫਾਰਮ ਲੇਬਰ ਦੀ ਗੱਲ ਕਰ ਲਈਏ, ਕੰਸਟਰਕਸ਼ਨ ਲੇਬਰ ਦੀ ਗੱਲ ਕਰ ਲਈਏ, ਲੌਜਿਸਟਿਕਸ ਦੀ ਗੱਲ ਕਰ ਲਈਏ, ਅਸੀਂ ਨਰਸ ਏਡਸ ਦੀਆਂ PSWs ਦੀਆਂ ਗੱਲ ਕਰ ਲਈਏ। ਸੋ ਹਰ ਫੀਲਡ ਦੇ ਵਿੱਚ ਇਸ ਟਾਈਮ ਸ਼ਾਰਟੇजेस ਨਜ਼ਰ ਆ ਰਹੀਆਂ ਹੈਗੀਆਂ ਐਂਡ ਬਹੁਤ ਸਾਰੇ ਬਿਜ਼ਨੈਸਸ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਡੀਅਰਲੀ ਇੰਪੈਕਟਡ ਹੈਗੇ ਨੇ ਬਿਕੋਜ਼ ਉਹ ਨਾ ਤਾਂ ਬਿਜ਼ਨਸ ਗਰੋ ਕਰ ਪਾ ਰਹੇ ਨੇ ਬਿਕੋਜ਼ ਆਫ ਲੇਬਰ ਸ਼ਾਰਟੇजेस ਔਰ ਨਾ ਹੀ ਉਹ ਬੰਦ ਹੋ ਪਾ ਰਹੇ ਨੇ। ਲਾਈਕ ਉਹ ਬੜੇ ਕਸੂਤੇ ਫਸੇ ਹੋਏ ਨੇ ਐਂਡ EMPLOYERS ਜਿਹੜੇ ਹੈਗੇ ਨੇ ਉਹ ਆਪਣੀ ਫੁੱਲ ਟਾਈਮ ਸ਼ਿਫਟਸ ਰਨ ਕਰ ਰਹੇ ਨੇ, ਨਾ ਕਿ 8 ਘੰਟੇ ਦੀ 12 ਘੰਟੇ ਦੀਆਂ। ਕੁਝ ਤਾਂ EMPLOYER ਆਈ ਨੋ ਜਿਹੜੇ 17-8 ਘੰਟੇ ਆਪ ਕੰਮ ਕਰ ਰਹੇ ਨੇ, ਜਿਹੜੇ ਟਿਮ ਹੋਟਲਸ ਰਨ ਕਰ ਰਹੇ ਨੇ, ਮੈਕਡੋਨਲਡਸ ਕੋਈ ਇਹੋ ਜਿਹੀਆਂ ਫਰੈਂਚਾਈਜ਼ੀਜ਼ ਰਨ ਕਰ ਰਹੇ ਨੇ। ਸੋ ਐਬਸੋਲੂਟਲੀ ਸ਼ਾਰਟੇजेस ਹੈਗੀਆਂ ਜੀ। ਸਾਡੇ ਨਾਲ ਜਿਹੜੇ ਇੱਕ ਦਰਸ਼ਕ ਜੁੜ ਚੁੱਕੇ ਨੇ ਆਪਾਂ ਉਹਨਾਂ ਦੀ ਕਾਲ ਲੈਣੇ ਪੁੱਛਦੇ ਉਹਨਾਂ ਤੋਂ ਕੁਐਸਚਨ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਆ? ਹਾਂਜੀ, ਮੈਂ ਬ੍ਰਮਟਨ ਤੋਂ ਬੋਲ ਰਹੀ ਹਾਂ। ਹਾਂਜੀ ਹਾਂਜੀ, ਮੈਂ ਆਪਣੇ ਵੀਜ਼ੇ ਬਾਰੇ ਪੁੱਛਣਾ। ਹਾਂਜੀ ਮੈਮ। ਹਾਂਜੀ ਮੈਮ। ਹੈਲੋ। ਹਾਂਜੀ, ਪੁੱਛੋ ਜੀ, ਕੀ ਕੁਐਸਚਨ ਆ ਤੁਹਾਡਾ? ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰਾ 10 ਸਾਲ ਦਾ ਸੁਪਰ ਵੀਜ਼ਾ ਲੱਗਾ ਸੀ। ਹਾਂਜੀ। ਉਹ ਦੁਬਾਰਾ ਇੰਡੀਆ ਤੋਂ ਆਈ ਸੀ ਤੇ 6 ਮਹੀਨੇ ਦਾ। ਮੈਮ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਹੈ ਜੀ, ਕੁਐਸਚਨ ਰਿਪੀਟ ਕਰੋਗੇ? ਆਵਾਜ਼ ਬ੍ਰੇਕ ਹੋ ਰਹੀ ਹੈ ਤੁਹਾਡੀ ਜੀ। ਓਕੇ, ਮੈਂ ਕਰਦੀ ਹਾਂ। ਓਕੇ, ਹੈਲੋ। ਹਾਂਜੀ ਹਾਂਜੀ ਹਾਂਜੀ। ਹਾਂ, ਮੇਰਾ ਸੁਪਰ ਵੀਜ਼ਾ ਸੀ ਬੇਟੇ। ਹਾਂਜੀ। ਉਹ ਸੁਪਰ ਵੀਜ਼ਾ 10 ਸਾਲ ਦਾ ਸੀ ਤੇ ਉਹ ਖਤਮ ਹੋ ਰਿਹਾ ਹੈ। ਹਾਂਜੀ। 22 ਅਗਸਤ 2022 ਜੀ ਜੀ। ਇੰਡੀਆ ਦਾ ਠੀਕ ਹੈ, ਠੀਕ ਹੈ। ਆਂਸਰ ਜਵਾਬ ਦੇਣੇ ਤਾਂ ਆਂਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ। ਨੈਕਸਟ ਕਾਲ।
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਰ ਤੋਂ ਕੁਐਸਚਨ ਪੁੱਛਣਾ ਸੀ। ਹਾਂਜੀ ਸਰ ਹਾਂਜੀ ਹੈਲੋ ਸਰ, ਨਮਸਕਾਰ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ, ਦੱਸੋ। ਸਰ ਮੇਰਾ ਕੁਐਸਚਨ ਹੈ ਕਿ ਮੈਂ ਮੇਰੇ ਮਦਰ ਨਾ ਵਿਜ਼ਟਰ ਵੀਜ਼ਾ ਤੇ ਆਏ ਹੋਏ ਇੱਥੇ, ਅਸੀਂ ਉਹਨਾਂ ਦਾ 2 ਵਾਰ ਆਪਣਾ ਵਿਜ਼ਟਰ ਵੀਜ਼ਾ ਸਟੈਂਡ ਕਰ ਚੁੱਕੇ ਹਾਂ ਤੇ ਅਸੀਂ HSC ਦੀ ਫਾਈਲ ਵੀ ਲਾਈ ਤੇ ਉਹਨਾਂ ਕੰਟਰੀ 'ਚ ਰਹਿਣਾ ਪੈਣਾ। ਤੇ ਮੇਰਾ ਕੁਐਸਚਨ ਸੀ ਕਿ ਤੀਸਰੀ ਵਾਰ ਹੋ ਗਿਆ ਵਾ, ਅਸੀਂ ਫਿਰ ਤੋਂ ਫਾਈਲ ਉਹਨਾਂ ਦੀ ਲਾਣੀ ਆ ਹਫਤੇ 'ਚ, ਤੇ ਅਸੀਂ ਕਿੰਨੀ ਵਾਰ ਆਪਣਾ ਵਿਜ਼ਟਰ ਵੀਜ਼ਾ ਸਟੈਂਡ ਕਰ ਸਕਦੇ ਹਾਂ। ਦੂਸਰਾ ਕੁਐਸਚਨ ਹੈ ਕਿ ਜੇ ਵਾਰ-ਵਾਰ ਸਟੈਂਡ ਕਰਨ ਰਿਜੈਕਸ਼ਨ ਦੇ ਚਾਂਸ ਹੈ ਜਾਂ ਨਹੀਂ, ਕਿੰਨੀ ਵਾਰ ਵਿਜ਼ਟਰ ਵੀਜ਼ਾ ਸਟੈਂਡ ਕਲਿੱਕ ਕਰ ਸਕਦੇ ਹਾਂ ਤੇ ਜੇ ਵਾਰ-ਵਾਰ ਕਰਦੇ ਹਾਂ ਰਿਜੈਕਸ਼ਨ ਦੇ ਚਾਂਸ ਹੈ ਜਾਂ ਨਹੀਂ। ਠੀਕ ਹੈ ਜੀ, ਠੀਕ ਹੈ ਜੀ। ਆਨਲਾਈਨ ਸੁਣੋ ਆਨਸਰ। ਠੀਕ ਹੈ, ਨੈਕਸਟ ਕਾਲ। ਓਕੇ, ਪਹਿਲੇ ਅਸੀਂ ਆਨਸਰ ਹਾਂਜੀ, ਪਹਿਲਾਂ ਸਰ ਅਸੀਂ ਕੁਐਸਚਨ ਦੇ ਆਨਸਰ ਦਿੰਨੇ ਆ। ਜੀ। ਪਹਿਲਾ ਕੁਐਸਚਨ ਸਾਡੇ ਕੋਲ ਜਿਹੜਾ ਉਹਨਾਂ ਨੇ ਜਿਹੜਾ 10 ਸਾਲ ਦਾ ਸੁਪਰ ਵੀਜ਼ਾ ਲਗਾਇਆ ਹੋਇਆ ਸੀਗਾ ਤੇ ਅਗਸਤ ਦੇ ਵਿੱਚ ਉਹ ਜਿਹੜਾ ਵੀਜ਼ਾ ਖਤਮ ਹੋ ਰਿਹਾ ਤੇ ਉਹ ਕਹਿ ਰਹੇ ਸੀ ਕਿ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਲਗਾਉਣਾ ਪਏਗਾ, ਕਿੱਦਾਂ ਹੋਏਗਾ? ਜੀ ਬਿਲਕੁਲ ਜੀ, ਤੁਹਾਨੂੰ ਜੇ ਸੁਪਰ ਵੀਜ਼ਾ ਦੀ ਐਕਸਟੈਂਸ਼ਨ ਲੈਣਾ ਚਾਹੁੰਦੇ ਹੋ ਤੇ ਐਕਸਟੈਂਸ਼ਨ ਤੁਸੀਂ ਵਿਦਨ ਕੈਨੇਡਾ ਲੈ ਸਕਦੇ ਹੋ। ਜੇ ਨਵਾਂ ਤੁਸੀਂ ਸਟicker ਸੁਪਰ ਵੀਜ਼ਾ ਨਵਾਂ ਲੈਣਾ ਚਾਹੁੰਦੇ ਹੋ 10 ਸਾਲ ਦਾ, ਉਹਦੇ ਵਾਸਤੇ ਤੁਹਾਡੀ ਹੋਮ ਕੰਟਰੀ ਤੋਂ ਫਾਈਲ ਲੱਗੀ, ਉਹ ਵਿਦਨ ਕੈਨੇਡਾ ਨਹੀਂ ਲੱਗ ਸਕਦੀ। ਸੋ ਉਹਦੇ ਵਾਸਤੇ ਤੁਹਾਨੂੰ ਘਰ ਬੈਕ ਹੋਮ ਜਾਣਾ ਪਏਗਾ ਤਾਂ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋਏਗੀ। ਜੀ, ਸੈਕੰਡ ਕੁਐਸਚਨ ਸੀਗਾ ਕਿ ਉਹਨਾਂ ਨੇ ਆਪਣੀ ਮਦਰ ਦੇ ਜਿਹੜੇ 2 ਵਾਰ ਵਿਜ਼ਟਰ ਵੀਜ਼ਾ ਲਗਾ ਚੁੱਕੇ ਨੇ ਤੇ ਤੀਸਰੀ ਵਾਰ ਉਹ ਲਗਵਾਉਣਾ ਚਾਹੁੰਦੇ ਨੇ ਤੇ ਉਹ ਪੁੱਛਦੇ ਕਿ ਕਿੰਨੀ ਵਾਰ ਨੇ ਜਿਹੜੇ ਮੈਕਸਿਮਮ ਐਕਸਟੈਂਡ ਕਰਵਾ ਸਕਦੇ ਨੇ ਤੇ ਬਾਰ-ਬਾਰ ਵੀਜ਼ਾ ਜਿਹੜਾ ਐਕਸਟੈਂਡ ਕਰਵਾਉਣ ਨਾਲ ਰਿਜੈਕਸ਼ਨ ਦੇ ਚਾਂਸਸ ਹੈ? ਬਿਲਕੁਲ ਜੀ, ਜਦੋਂ ਤੁਹਾਡੀ ਮਦਰ ਦੀ HNC ਦੀ ਵੀ ਤੁਸੀਂ ਐਪਲੀਕੇਸ਼ਨ ਮੈਂਸ਼ਨ ਕੀਤਾ ਕਿ ਉਹ ਵੀ ਇਨ ਪ੍ਰੋਸੈਸ ਹੈਗੀ ਹੈ। ਸੋ ਜਦੋਂ HNC ਦੀ ਐਪਲੀਕੇਸ਼ਨ ਪ੍ਰੋਸੈਸ ਹੋਵੇ ਤੇ ਤੁਹਾਡੇ ਮਦਰ ਲੈਜੀਟੀਮੇਟ ਸਟੇਟਸ ਤੇ ਹੋਣੇ ਚਾਹੀਦੇ ਨੇ। ਸੋ ਉਹਦੇ ਵਾਸਤੇ ਤੁਹਾਨੂੰ ਐਕਸਟੈਂਸ਼ਨ ਜ਼ਰੂਰੀ ਹੈਗੀ ਹੈ। 2 ਵਾਰੀ ਐਕਸਟੈਂਡ ਹੋ ਚੁੱਕਾ ਹੈ, ਤੁਹਾਡੇ ਲੈਜੀਟੀਮੇਟ ਰੀਜ਼ਨਸ ਹੈਗੇ ਨੇ, ਯੂ ਕੈਨ ਅਪਲਾਈ ਫॉर ਐਨ ਐਕਸਟੈਂਸ਼ਨ ਅਗੇਨ। ਐਂਡ ਇਹਦੇ ਤੇ ਨੰਬਰ ਦੇ ਉੱਤੇ ਕਮੈਂਟ ਕਰਨਾ ਬੜਾ ਮੁਸ਼ਕਲ ਹੈਗਾ ਕਿ 3 ਵਾਰੀ ਐਕਸਟੈਂਡ ਹੋਏਗਾ, 5 ਵਾਰੀ ਹੋਏਗਾ। ਆਈ ਹੈਵ ਸੀਨ ਇਹੋ ਜਿਹੇ ਕੇਸਿਸ ਜਿਹਦੇ 'ਚ ਅਸੀਂ 14 ਵਾਰੀ ਵੀ ਐਕਸਟੈਂਡ ਕਰਾਇਆ ਹੈਗਾ, ਬਟ ਯੂ نو ਉੱਥੇ ਕੰਪੈਲਿੰਗ ਸਰਕਮਸਟੈਂਸਸ ਸੀਗੇ, ਹਰ ਚੀਜ਼ ਡਿਫਰੈਂਟ ਸੀਗੀ। ਸੋ ਇਟ ਆਲ ਡਿਪੈਂਡਸ ਕਿ ਸਰਕਮਸਟੈਂਸਸ ਕਿਸ ਤਰ੍ਹਾਂ ਦੇ ਹੈਗੇ ਨੇ। ਆਹ ਸੋਚ ਕੇ ਐਪਲੀਕੇਸ਼ਨ ਪੁੱਟ ਅਪ ਨਾ ਕਰੋ ਕਿ ਹੋਏਗਾ ਜਾਂ ਨਹੀਂ ਹੋਏਗਾ, ਸੋਚ ਕੇ ਕਰੋ ਵੀ ਨੀਡ ਐਕਸਟੈਂਸ਼ਨ ਐਂਡ ਹੋਣਾ ਚਾਹੀਦਾ ਹੈ। ਸਰ ਅਸੀਂ ਕਾਲ ਲੈਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਸਕਿਲਡ ਵਰਕਰ ਦੇ ਉੱਪਰ ਜਿਹੜੀ ਜਿਹੜੇ ਉਹਨਾਂ ਨੇ LMI ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀਜ਼ਾ ਦਿੱਤੇ ਤੇ LMI ਦਾ ਪ੍ਰੋਸੈਸ ਕੀ ਚੇਂਜਸ ਕੀ ਆਏ ਨੇ ਇਹਦੇ ਵਿੱਚ? ਓਕੇ, LMI ਦੇ ਵਿੱਚ ਰੀਸੈਂਟਲੀ ਗਵਰਨਮੈਂਟ ਨੇ ਚੇਂਜਸ ਇੰਟਰੋਡਿਊਸ ਕੀਤੇ ਹੈ, ਸਰਵਿਸ ਕੈਨੇਡਾ ਨੇ। ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੇਂਜਸ ਕੀ ਹੈਗੇ ਨੇ ਜੀ ਕਿ ਪਹਿਲੇ ਪ੍ਰੀ ਕੋਵਿਡ ਜਿਹੜਾ LMI ਇਸ਼ੂ ਕੀਤਾ ਜਾਂਦਾ ਸੀ ਉਹ ਹੁੰਦਾ ਸੀ ਵੈਲਿਡਿਟੀ ਫॉर 6 ਮੰਥਸ। ਡਿਊਰਿੰਗ ਕੋਵਿਡ ਉਹ 6 ਮੰਥ ਨੇ ਸ਼ਾਰਟ ਟਾਈਮ ਹੋ ਗਿਆ ਤੇ ਉਹ ਐਕਸਟੈਂਡ ਕਰ ਦਿੱਤਾ 9 ਮੰਥਸ ਤੱਕ। ਹੁਣ ਨਵੇਂ ਚੇਂਜਸ ਤੋਂ ਬਾਅਦ ਜਿਹੜਾ ਨਵੇਂ LMI ਇਸ਼ੂ ਕੀਤੇ ਜਾਣਗੇ ਉਹ 18 ਮਹੀਨੇ ਦੇ ਕੀਤੇ ਜਾਣਗੇ। ਇਹ ਤੇ ਹੋ ਗਈ ਪਹਿਲੀ ਚੀਜ਼। ਦੂਸਰਾ ਸੀਗਾ ਕਿ ਨਾਰਮਲੀ ਤੁਸੀਂ 10% ਆਪਣੀ ਜਿਹੜੀ ਤੁਹਾਡੀ ਵਰਕਫੋਰਸ ਹੈ ਉਹ ਫੋਰਨ ਵਰਕਰਸ ਲੈ ਕੇ ਆ ਸਕਦੇ ਸੀਗੇ। ਹੁਣ ਇਸ ਚੇਂਜਸ ਤੋਂ ਬਾਅਦ ਬਿਕੋਜ਼ ਜਿਸ ਤਰ੍ਹਾਂ ਦੀ ਸ਼ਾਰਟੇजेस ਐਂਡ ਅਨਐਮਪਲੋਇਮੈਂਟ ਰੇਟਸ ਜਿਸ ਤਰ੍ਹਾਂ ਥੱਲੇ ਬੈਠੇ ਨੇ ਐਂਡ ਹਾਲੇ ਵੀ ਸ਼ਾਰਟੇजेस ਆ ਡਰਾਸਟਿਕ, ਤੇ ਉਹਨੂੰ ਦੇਖਦੇ ਹੋਏ 30% ਤੇ ਰੇਜ਼ ਕਰ ਦਿੱਤਾ। ਸੋ 30% ਆਫ ਯੋਰ ਵਰਕਫੋਰਸ ਕੈਨ ਕਮ ਫਰਮ ਆਊਟਸਾਈਡ। ਹੁਣ ਇਸੇ ਤਰ੍ਹਾਂ ਇੱਕ ਗਲੋਬਲ ਟੈਲੈਂਟ ਸਟਰੀਮ ਹੈਗੀ ਹੈ। ਗਲੋਬਲ ਟੈਲੈਂਟ ਸਟਰੀਮ ਦੇ ਵਿੱਚ ਕੀ ਹੁੰਦਾ ਜੀ, ਜਿਹੜੇ IT ਦੇ ਵਿੱਚ ਰਿਲੇਟਡ ਹੈਗੇ ਨੇ, ਟੈਸਟਰਸ ਹੈਗੇ ਨੇ, ਉਹ ਆਪਣੇ ਉਹ ਤੁਸੀਂ ਉਹਨਾਂ ਵਰਕ ਪਰਮਿਟਸ ਤੇ ਜੇ ਤੁਹਾਨੂੰ ਕੋਈ EMPLOYER ਬੁਲਾਉਂਦਾ ਤਾਂ ਤੁਸੀਂ ਉਹਦੇ ਤੇ ਆ ਸਕਦੇ ਹੈਗੇ ਹੋ। ਐਂਡ ਉਹਦੀ ਜਿਹੜੀ LMI ਦੀ ਪ੍ਰੋਸੈਸਿੰਗ ਹੈਗੀ ਹੈ ਉਹ ਵੀ ਬੜੀ ਫਾਸਟ ਹੈਗੀ ਹੈ, ਬੜੀ ਕੁਇਕ ਹੈਗੀ ਹੈ। ਸੋ ਉਹ ਟਾਈਮ ਜਿਹੜਾ ਪਹਿਲੇ ਨਾਰਮਲੀ ਇਸ਼ੂ ਕੀਤੇ ਜਾਂਦੇ ਸੀ 2 ਸਾਲ ਵਾਸਤੇ ਵਰਕ ਪਰਮਿਟ, ਨਾਰਮਲੀ ਸਾਰੇ ਵਰਕ ਪਰਮਿਟ 2 ਸਾਲ ਵਾਸਤੇ ਇਸ਼ੂ ਕੀਤੇ ਜਾਂਦੇ ਨੇ। ਬਸ ਇਸ ਕੈਟੇਗਰੀ ਦੇ ਵਿੱਚ ਇਸ ਟੈਲੈਂਟ ਸਟਰੀਮ ਦੇ ਵਿੱਚ ਜਿਹੜਾ ਹੁਣ ਵੀਜ਼ਾ ਇਸ਼ੂ ਕੀਤੇ ਜਾਣਗੇ that will be for a period of 3 years। ਸੋ ਆਹ 3 ਮੇਜਰ ਚੇਂਜਸ ਨਜ਼ਰ ਆਏ ਨੇ ਜੀ। ਉਸ ਤੋਂ ਇਲਾਵਾ ਤੁਸੀਂ ਕਿਹਾ ਕਿ ਵਰਕ ਪਰਮਿਟ ਪ੍ਰੋਸੈਸ ਕੀ ਹੈਗਾ, ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਬਿਜ਼ਨਸ ਹਾਊਸ ਹੈਗਾ, ਕੋਈ ਵੀ EMPLOYER ਹੈਗਾ ਜਿਹੜਾ ਸ਼ਾਰਟੇजेस ਫੀਲ ਕਰ ਰਿਹਾ ਲੇਬਰ ਦੀ, ਉਹ ਫੋਰਨ ਵਰਕਰਸ ਲੈ ਕੇ ਆ ਸਕਦਾ ਹੈਗਾ। ਉਹ ਫੋਰਨ ਵਰਕਰਸ ਲੈ ਕੇ ਆਉਣ ਦਾ ਪ੍ਰੋਸੀਜਰ ਕੀ ਹੈਗਾ, LMI ਇਸ਼ੂ ਕਰਾਉਣ ਦਾ ਪ੍ਰੋਸੀਜਰ ਕੀ ਹੈਗਾ? ਸਭ ਤੋਂ ਪਹਿਲਾਂ ਉਸ ਬਿਜ਼ਨਸ ਹਾਊਸ ਨੂੰ ਐਡਵਰਟਾਈਜ਼ਮੈਂਟ ਰਨ ਕਰਨੀ ਹੈਗੀ ਹੈ ਕਿ ਮੈਨੂੰ ਇਸ ਪੋਜੀਸ਼ਨ ਵਾਸਤੇ ਇਸ ਕੈਂਡੀਡੇਟ ਦੀ ਲੋੜ ਹੈ, ਦਿਸ ਇਜ਼ ਦਾ ਸੈਲਰੀ ਆਈ ਵੁੱਡ ਆਫਰ, ਇਸ ਤਰ੍ਹਾਂ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਉਹ ਦੇਖਦਿਆਂ ਹੋਇਆਂ ਕਾਲ ਵਾਲੇ ਨੇ ਕਾਲ ਆ ਚੁੱਕੀ ਹੈ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਚਰਨ ਸਿੰਘ ਬੋਲ ਰਿਹਾ ਜੀ। ਹਾਂਜੀ, ਮੈਂ ਪੁੱਛਦਾ ਸੀ, ਮੇਰੇ ਨਾ ਬ੍ਰਦਰ ਇਨ ਲਾ ਦੁਬਈ ਚ ਹੈ ਕਾਫੀ ਸਾਲ ਤੋਂ ਜੀ, ਤੇ ਉਹ ਇੱਕ ਕੰਪਨੀ 'ਚ ਸੁਪਰਵਾਈਜ਼ਰ ਲੱਗੇ ਹੋਏ ਆ, ਯਾਨੀ ਕਿ ਉਹਨੂੰ 20 ਸਾਲ ਹੋ ਗਏ। ਹਾਂਜੀ, ਤੇ ਉਹ ਜਿਹੜਾ ਸਕਿਲਡ ਵਰਕਰ ਹੈਗੇ ਉੱਥੇ, ਤੇ ਮੈਂ ਉਹਨਾਂ ਨੂੰ ਇੱਥੇ ਕੈਨੇਡਾ ਵਾਸਤੇ ਬੁਲਾਉਣਾ ਚਾਹੁੰਦਾ ਸੀ ਕਿ ਤੇ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ? ਜੀ, ਪਰ ਅਸੀਂ ਆਨਲਾਈਨ ਆਨਸਰ ਦੇਣੇ ਆ ਜੀ ਤੁਹਾਨੂੰ। ਟੀਵੀ ਤੇ ਸੁਣ ਸਕਦੇ ਹੋ ਤੁਸੀਂ, ਟੀਵੀ ਤੇ ਆਨਸਰ ਸੁਣ ਸਕਦੇ ਹੋ। ਹਾਂਜੀ ਸਰ।
ਓਕੇ ਦੁਬਈ ਤੋਂ ਉਹਨਾਂ ਦੇ ਬ੍ਰਦਰ ਇਨ ਲਾਅ ਨੇ, ਉਹ ਕਹਿੰਦੇ ਕੰਪਨੀ ਦੇ ਵਿੱਚ ਇੱਕ ਸੁਪਰਵਾਈਜ਼ਰ ਦਾ ਕੰਮ ਕਰ ਰਹੇ ਨੇ। ਇਹਨਾਂ ਨੂੰ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰਨੀ ਪਏਗੀ ਕਿ ਕਿਹੜੀ ਕੰਪਨੀ ਨਾਲ ਕੰਮ ਕਰ ਰਹੇ ਨੇ, ਕਿਸ ਪੋਜੀਸ਼ਨ ਤੇ ਕੰਮ ਕਰ ਰਹੇ ਨੇ, ਬਿਕੋਜ਼ ਜੇ 20 ਸਾਲ ਉਹਨਾਂ ਨੂੰ ਕੰਮ ਕਰਦੇ ਹੋਗੇ ਤੇ ਗ੍ਰੈਜੂਏਟ ਵੀ ਹੋਏ ਤਾਂ ਉਹਨਾਂ ਦੀ ਉਮਰ ਇਸ ਟਾਈਮ ਤੇ 43 ਤੋਂ 45 ਸਾਲ ਦੇ ਵਿੱਚ ਹੋਣੀ ਚਾਹੀਦੀ ਹੈਗੀ ਹੈ। ਸੋ 43 ਤੋਂ 45 ਸਾਲ ਦੇ ਵਿੱਚ ਜੇ ਏਜ ਹੈਗੀ ਹੈ ਉਹਨਾਂ ਦੀ, ਤੇ ਬਿਨਾਂ ਜੌਬ ਆਫਰ ਦੇ ਉਹਨਾਂ ਦੀ ਕੋਈ ਵੀ ਆਪਸ਼ਨ ਵਰਕ ਨਹੀਂ ਕਰੇਗੀ। ਸੋ ਉਹਨਾਂ ਦੀ ਵਾਈਫ ਦੇ ਸੀਵੀਜ਼, ਜੇ ਡਿਗਰੀ ਅਸੈਸਮੈਂਟਸ ਹੋਈਆਂ, ਆਈਲੈਟਸ ਦਾ ਸਕੋਰ ਕਿਸ ਤਰ੍ਹਾਂ ਦਾ ਹੈਗਾ, ਕਮਿਊਨੀਕੇਸ਼ਨ ਕਿਸ ਤਰ੍ਹਾਂ ਦੀ ਹੈਗੀ, ਸਾਰੀ ਇਨਫੋਰਮੇਸ਼ਨ ਚਾਹੀਦੀ ਹੈਗੀ ਸਾਨੂੰ ਬਿਫੋਰ ਆਈ ਕੈਨ ਕਮੈਂਟ ਕਿ ਕਿਹੜੀਆਂ ਆਪਸ਼ਨ ਉਹਨਾਂ ਵਾਸਤੇ ਵਰਕ ਕਰਨਗੀਆਂ। ਬਟ ਜੇ ਉਹਨਾਂ ਦੀ ਏਜ 44 ਤੋਂ 45 ਸਾਲ ਦੇ ਵਿੱਚ ਹੈਗੀ ਹੈ, ਬਿਨਾਂ ਜੌਬ ਆਫਰ ਦੇ, ਬਿਨਾਂ LMIA ਦੇ ਆਪਸ਼ਨ ਉਹਨਾਂ ਦੀ ਵਰਕ ਨਹੀਂ ਕਰੇਗੀ। ਐਂਡ ਉਹ ਕੱਲਾ LMIA ਨਾਲ ਵੀ ਸਰਨਾ ਨਹੀਂ ਹੈਗਾ, ਉਹਨਾਂ ਨੂੰ ਕੈਨੇਡਾ ਆ ਕੇ ਉਸ ਕੰਪਨੀ ਨਾਲ ਕੰਮ ਕਰਨਾ ਪੈਣਾ ਹੈ, ਤਾਂ ਉਹਨਾਂ ਦੇ ਪੁਆਇੰਟਸ ਹੋਰ ਐਡ ਹੋਣਗੇ, ਤਾਂ ਉਹ ਕਿਤੇ ਜਾ ਕੇ PNP ਜਾਂ ਐਕਸਪ੍ਰੈਸ ਐਂਟਰੀ ਜਾਂ CEC ਕਲਾਸ ਦੇ ਵਿੱਚ ਐਲੀਜੀਬਲ ਹੋਣਗੇ ਪਰਮਨੈਂਟ ਰੈਜ਼ੀਡੈਂਸੀ ਲਗਾਉਣ ਵਾਸਤੇ। ਸਰ ਤੁਸੀਂ LMI ਦੇ ਪ੍ਰੋਸੈਸ ਦੇ ਬਾਰੇ ਦੱਸ ਰਹੇ ਸੀਗੇ। ਜੀ ਬਿਲਕੁਲ। ਜਦੋਂ ਵੀ ਕਿਸੇ ਬਿਜ਼ਨਸ ਹਾਊਸ ਕੋ ਸ਼ਾਰਟੇजेस ਹੈਗੀਆਂ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਐਡਵਰਟਾਈਜ਼ ਕਰਨੀ ਹੈ ਪੋਜੀਸ਼ਨ। ਉਹ ਐਡਵਰਟਾਈਜ਼ਮੈਂਟ ਹੈਜ਼ ਟੂ ਰਨ ਫॉर ਮਿਨੀਮਮ 28 ਡੇਜ਼ ਐਂਡ ਉਸ 28 ਡੇਜ਼ ਦੀ ਐਡਵਰਟਾਈਜ਼ਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਕਿ ਕਿਹੜੀ ਪੋਜੀਸ਼ਨ ਵਾਸਤੇ ਅਸੀਂ ਹਾਇਰ ਕਰ ਰਹੇ ਹੈਗੇ ਆ, ਕਿਹੜੀ ਸੈਲਰੀ ਦੇਵਾਂਗੇ, ਕਿਹੜੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਕੈਂਡੀਡੇਟ ਦੇ ਵਿੱਚ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਕਿਸ ਤਰ੍ਹਾਂ ਦੀ ਲੈਂਗੁਏਜ ਸਕਿੱਲਸ ਹੋਣੀਆਂ ਚਾਹੀਦੀਆਂ। ਸੋ ਉਹ ਸਾਰੀਆਂ ਕਰਕੇ ਉਹ ਐਡਵਰਟਾਈਜ਼ਮੈਂਟ ਵੀ ਜਿਹੜੀ ਰਨ ਕਰਨੀ ਹੈ, ਸਭ ਤੋਂ ਪਹਿਲਾਂ ਤਾਂ ਇੱਕ ਜੌਬ ਬੈਂਕ ਦੇ ਉੱਤੇ ਰਨ ਹੋਏਗੀ, ਦੂਸਰੀ ਇੰਡੀਜਨਸ ਵੈਬਸਾਈਟ ਤੇ ਰਨ ਹੋਣਗੀਆਂ, ਤੀਸਰੀ ਰਨ ਹੋਏਗੀ ਜੀ ਨਿਊ ਕਮਰਸ ਵੈਬਸਾਈਟ ਤੇ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ? ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਬ੍ਰੈਂਪਟਨ ਤੋਂ ਗੱਲ ਕਰ ਰਹੇ ਹਾਂ। ਹਾਂਜੀ ਮੈਡਮ, ਪੁੱਛੋ ਕੁਐਸਚਨ। ਹਾਂਜੀ ਅਸੀਂ ਸਰ ਤੋਂ ਪੁੱਛਣਾ ਸੀ, ਕਿਸੇ ਦੇ ਇੰਡੀਆ ਤੋਂ ਵੈਸਟਰ ਵੀਜ਼ਾ ਲਵਾਉਣਾ ਹੋਵੇ ਪਰ ਉਹਨਾਂ ਕੋਲ ਕੈਨੇਡਾ ਦੀ ਕੋਈ ਵੀ ਸਪਾਂਸਰਸ਼ਿਪ ਕੋਈ ਨਾ ਹੋਵੇ, ਕੋਈ ਉਹਨੂੰ ਸਪਾਂਸਰ ਕਰਨ ਵਾਲਾ ਕੋਈ ਨਾ ਹੋਵੇ, ਉਹ ਫਾਰਮਰ ਆ ਤੇ ਫਿਰ ਉਹ ਫਿਰ ਕਿਵੇਂ ਲਗਾ ਸਕਦੇ ਆ ਵੀਜ਼ਾ ਵੈਸਟਰ? ਠੀਕ ਹੈ ਮੈਮ, ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਹਾਂਜੀ ਹੈਲੋ ਹੈਲੋ ਹਾਂਜੀ ਮੈਮ, ਅਸੀਂ ਨਾ ਸਰ ਨਾਲ ਗੱਲ ਕਰਨੀ। ਹਾਂਜੀ ਮੈਂ ਪੁੱਛ, ਮੇਰੇ ਬੇਟੇ ਦਾ ਵਰਕ ਪਰਮਿਟ ਫਾਰਮਰ ਤੌਰ ਤੇ ਲਾਇਆ, ਉਹਨੂੰ ਕਿੰਨਾ ਟਾਈਮ ਲੱਗਦਾ? 2 ਮਹੀਨੇ ਹੋ ਗਏ ਲਾਏ ਨੂੰ। ਠੀਕ ਹੈ ਜੀ, ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਵਿਦ ਇਨ ਕੈਨੇਡਾ ਲਗਾਇਆ ਕਿ ਬਾਹਰੋਂ ਲਗਾਇਆ? ਵਿਦ ਇਨ ਕੈਨੇਡਾ ਲਗਾਇਆ ਜਾਂ ਆਊਟਸਾਈਡ ਕੈਨੇਡਾ ਲਗਾਇਆ? ਵਿਦ ਇਨ ਕੈਨੇਡਾ। ਠੀਕ ਹੈ ਜੀ, ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਜੀ। ਹਾਂਜੀ ਸਰ, ਉਹਨੇ ਵਿਜ਼ਟਰ ਵੀਜ਼ਾ ਜਿਹੜਾ ਲਗਾਇਆ, ਸਪਾਂਸਰਸ਼ਿਪ ਹੈ ਨਹੀਂ ਉਹਨਾਂ ਕੋਲ, ਫਾਰਮਰ ਨੇ ਇੰਡੀਆ ਦੇ ਵਿੱਚ, ਤਾਂ ਕਿਸ ਤਰ੍ਹਾਂ ਉਹਨਾਂ ਦਾ ਕੀ ਪ੍ਰੋਸੈਸ ਰਹੇਗਾ? ਬਿਲਕੁਲ ਜੀ, ਜਦੋਂ ਤੁਹਾਡੇ ਕੋਲ ਕੋਈ ਸਪਾਂਸਰ ਨਹੀਂ ਹੁੰਦਾ ਤੇ ਬੇਸਿਕਲੀ ਤੁਸੀਂ ਘੁੰਮਣ ਫਿਰਨ ਵਾਸਤੇ ਤੁਸੀਂ ਵੀਜ਼ਾ ਲੈ ਸਕਦੇ ਹੈਗੇ ਹੋ, ਬਟ ਉਹਦੇ ਵਾਸਤੇ ਤੁਹਾਡੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਅੱਛੇ ਹੋਣੇ ਚਾਹੀਦੇ ਨੇ, ਪੈਸਾ ਤੁਹਾਡੇ ਸੇਵਿੰਗਸ ਦੇ ਵਿੱਚ ਕਾਫੀ ਸਫੀਸ਼ੀਐਂਟ ਹੋਣਾ ਚਾਹੀਦਾ ਹੈਗਾ, ਐਂਡ ਤੁਸੀਂ ਆਪਣੀ ਹੋਟਲ ਬੁਕਿੰਗਸ ਕਰਾ ਕੇ ਜਾਂ ਕਿਹੜੇ ਵੈਨਿਊਜ਼ ਦੇਖਣੇ ਨੇ, ਕਿਹੜੀ ਜਗ੍ਹਾ ਜਾਣਾ, ਉੱਥੇ ਉਹਦੇ ਨਾਲ ਤੁਸੀਂ ਆਪਣਾ ਵੀਜ਼ਾ ਪੁੱਟ ਅਪ ਕਰ ਸਕਦੇ ਹੋ ਜੀ। ਸੇ ਦੂਸਰਾ ਕੁਐਸਚਨ ਸੀਗਾ ਕਿ ਵਰਕ ਪਰਮਿਟ ਲਗਾਇਆ 2 ਸਾਲ ਹੋ ਗਏ ਤੇ ਕੀ ਪ੍ਰੋਸੈਸ ਕੀ ਉਹਨਾਂ ਦਾ, ਕਿੱਦਾਂ ਹੁਣ ਆਪਣਾ ਅੱਗੇ ਚਲਾ? 2 ਮਹੀਨੇ ਹੋ ਗਏ ਜੀ। ਬਿਲਕੁਲ ਜੀ, ਫਾਰਮ ਵਰਕਰ ਦੇ ਵਿੱਚ ਜਦੋਂ ਵਿਦ ਇਨ ਕੈਨੇਡਾ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਲੱਗਦੀ ਪਈ, ਉਹਦਾ ਮਿਨੀਮਮ ਪ੍ਰੋਸੈਸਿੰਗ ਟਾਈਮ 4 ਮਹੀਨਿਆਂ ਦਾ ਹੈਗਾ। ਸੋ ਹਾਲੇ ਤੁਸੀਂ ਵੈਲ ਵਿਦ ਇਨ ਟਾਈਮ ਹੈਗੇ ਹੋ, ਹਾਲੇ ਵੇਟ ਕਰੋ ਜੀ। ਸਰ ਆਪਾਂ ਵਾਪਸ ਮੋੜ ਕੇ ਉੱਥੇ ਆਨੇ ਆ ਕਿਉਂਕਿ ਆਪਣੇ ਕੋਲ ਕਾਲਸ ਦੇ ਵਿੱਚ ਆ ਗਏ ਸੀ LMI ਦੇ ਪ੍ਰੋਸੈਸ ਦੇ ਬਾਰੇ। ਹਾਂਜੀ ਜੀ, ਮੈਂ ਦੱਸ ਰਿਹਾ ਸੀਗਾ ਪਹਿਲੇ ਐਡਵਰਟਾਈਜ਼ਮੈਂਟ ਜ਼ਰੂਰੀ ਹੈਗੀ ਐਂਡ ਜੌਬ ਬੈਂਕ ਇਜ਼ ਵਨ ਵੈਬਸਾਈਟ, ਉਸ ਦੇ ਨਾਲ ਇਹ ਸਰਕਾਰੀ ਵੈਬਸਾਈਟ ਹੈਗੀ, ਉਸ ਤੋਂ ਬਾਅਦ ਨਿਊ ਕਮਰਸ ਵੈਬਸਾਈਟ ਤੇ ਇੰਡੀਜਨਸ ਵੈਬਸਾਈਟ ਤੇ ਐਡਵਰਟਾਈਜ਼ਮੈਂਟ ਹੋਣੀ ਹੈ ਜੀ, ਐਂਡ ਉਸ ਤੋਂ ਬਾਅਦ ਤੁਸੀਂ ਸਰਵਿਸ ਕੈਨੇਡਾ ਦੇ ਕੋਲ ਐਪਲੀਕੇਸ਼ਨ ਪੁੱਟ ਅਪ ਕਰਦੇ ਹੈਗੇ ਹੋ, ਐਂਡ ਜੇ ਸੈਲਰੀ ਮੀਡੀਅਨ ਸੈਲਰੀ ਤੋਂ ਘੱਟ ਦੇ ਰਹੇ ਹੈਗੇ ਹੋ ਤੇ ਉਹਦੇ ਵਾਸਤੇ ਵੀ ਲੋ ਵੇਜ ਪੋਜੀਸ਼ਨ ਵਾਸਤੇ ਵੀ 2-3 ਅਲੱਗ ਐਡਵਰਟਾਈਜ਼ਮੈਂਟਸ ਹੁੰਦੀਆਂ ਹੈਗੀਆਂ। ਉਸ ਤੋਂ ਬਾਅਦ ਅਸੀਂ ਸਰਵਿਸ ਕੈਨੇਡਾ ਦੇ ਕੋਲ ਜਾਂਦੇ ਹਾਂ ਕਿ ਅਸੀਂ ਇਹ ਪਾਰਟਿਕੂਲਰ ਕੈਂਡੀਡੇਟ ਸਿਲੈਕਟ ਕੀਤਾ ਹੈਗਾ, ਇਹਨੂੰ ਕਿਉਂ ਸਿਲੈਕਟ ਕੀਤਾ, ਉਹਦੇ ਰੀਜ਼ਨਸ ਹੋਣੇ ਚਾਹੀਦੇ ਨੇ। ਸੋ ਉਹਦੇ ਬਾਅਦ ਸਰਵਿਸ ਕੈਨੇਡਾ ਆਫੀਸਰ ਨਾਰਮਲੀ ਅੱਜ ਦੀ ਤਰੀਕ ਦੇ ਵਿੱਚ 3 ਮਹੀਨਿਆਂ ਤੋਂ ਬਾਅਦ ਜਵਾਬ ਦੇ ਰਹੇ ਨੇ ਜੀ। ਸੋ 4 ਮਹੀਨੇ ਦਾ 4.5 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਅੱਜ ਦੀ ਤਰੀਕ ਦੇ ਵਿੱਚ LMI ਐਪਲੀਕੇਸ਼ਨ ਦਾ। ਸੋ ਜਦੋਂ ਸਰਵਿਸ ਕੈਨੇਡਾ ਉਹ ਫਿਰ ਜਦੋਂ 3 ਮਹੀਨੇ ਬਾਅਦ ਐਪਲੀਕੇਸ਼ਨ ਪਿਕ ਹੁੰਦੀ ਹੈ ਤੇ ਆਫੀਸਰ ਦੇਖਦੇ ਨੇ ਕਿ ਇਹ ਪਾਰਟਿਕੂਲਰ ਕੈਂਡੀਡੇਟ ਕਿਉਂ ਪਿਕ ਕੀਤਾ ਗਿਆ, ਉਹ EMPLOYER ਨਾਲ ਗੱਲ ਕਰਨਾ ਚਾਹੁੰਦੇ ਨੇ ਜਾਂ ਕੰਸਲਟੈਂਟ ਨਾਲ ਗੱਲ ਕਰਨਾ ਚਾਹੁੰਦੇ ਨੇ, ਐਂਡ ਉਦੋਂ ਸਾਰੀ ਫੀਡਬੈਕ ਦੇਣ ਤੋਂ ਬਾਅਦ ਉਹ ਪੋਜ਼ਿਟਿਵ ਡਿਸੀਜਨ ਲੈਂਦੇ ਨੇ ਨਾਰਮਲੀ। ਸਰ ਜਿਵੇਂ ਤੁਸੀਂ LMI ਦੀ ਗੱਲ ਕਰ ਰਹੇ ਹੋ ਤੇ ਇਸ ਦੇ ਵਿੱਚ ਜ਼ਿਆਦਾਤਰ ਇਹ ਦੇਖਿਆ ਗਿਆ ਕਿ ਜਿਹੜੇ ਆਊਟਸਾਈਡ ਜਦੋਂ ਕੈਨੇਡਾ ਤੋਂ ਕੋਈ ਵੀ ਦਰਸ਼ਕ ਆ, ਆਪਾਂ ਪਹਿਲਾਂ ਕਾਲ ਲੈ ਲੈਣੇ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ? ਮੈਂ ਨੇਹਾ ਬੋਲ ਰਹੀ ਹਾਂ ਵਿਨੀਪੈਗ ਤੋਂ। ਹਾਂਜੀ ਮੈਮ, ਪੁੱਛੋ ਕੁਐਸਚਨ ਕੀ ਹੈ ਜੀ ਤੁਹਾਡਾ? ਹਾਂਜੀ ਮੈਮ, ਮੇਰਾ ਕੁਐਸਚਨ ਇਹ ਆ ਕਿ ਮੈਂ ਨਾ ਆਪਣੀ ਸਿਸਟਰ ਨੂੰ ਬੁਲਾਉਣਾ ਹੋਵੇ ਜੀ, ਪੇਰੈਂਟਸ ਹੈਗੇ ਜੀ ਤੇ ਉਹ ਨਾ, ਤੇ ਮਤਲਬ ਉਹਨੂੰ ਮੈਂ ਕਿਵੇਂ ਬੁਲਾ ਸਕਦੀ ਹਾਂ? ਉਹਦੇ ਮਤਲਬ ਵੀ ਉਹਨਾਂ ਕੋ ਮਤਲਬ ਪ੍ਰੋਪਰਟੀ ਵਗੈਰਾ ਹੈ ਨਹੀਂ ਕੋਈ ਵੀ,
ਜੀ ਤੇ ਮਤਲਬ ਉਹਨਾਂ ਦਾ ਖਰਚਾ ਵਗੈਰਾ ਵੀ ਮੈਂ ਹੀ ਭੇਜਦੀ ਆ ਜੀ ਤੇ ਉਹਨਾਂ ਦਾ ਬੇਟਾ 8 ਸਾਲ ਦਾ ਜੀ ਤੇ ਉਹਨਾਂ ਨੂੰ ਵੀ ਬੁਲਾਉਣਾ ਤੇ ਕਿੱਦਾਂ ਬੁਲਾ ਸਕਦੇ ਆ ਜੀ ਠੀਕ ਹੈ ਜੀ ਤੁਸੀਂ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਹਾਂਜੀ ਸਰ ਦੇ ਸਿਸਟਰ ਨੂੰ ਬੁਲਾਉਣਾ ਚਾਹੁੰਦੇ ਨੇ ਪੇਰੈਂਟਸ ਐਨੀ ਪ੍ਰੋਪਰਟੀ ਨਹੀਂ ਹੈ ਬਟ ਉਹਨਾਂ ਦਾ ਬੇਟਾ ਵੀ 8 ਸਾਲ ਦਾ ਕੀ ਪ੍ਰੋਸੈਸ ਕਿੱਦਾਂ ਅਪਲਾਈ ਕਰ ਸਕਦੇ ਨੇ ਇਸ ਦੇ ਲਈ ਓਕੇ ਜੀ ਜਦੋਂ ਵੀ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਪੁੱਟ ਅਪ ਕਰਦੇ ਆ ਆਫੀਸਰ ਕੁਝ ਚੀਜ਼ਾਂ ਜ਼ਰੂਰ ਦੇਖਣਾ ਚਾਹੁੰਦਾ ਹੈਗਾ ਸਭ ਤੋਂ ਪਹਿਲਾਂ ਉਹ ਦੇਖਣਾ ਚਾਹੁੰਦਾ ਹੋਸਟ ਕਿੰਨਾ ਐਸਟੈਬਲਿਸ਼ਡ ਹੈਗਾ ਇਸ ਕੰਟਰੀ ਦੇ ਵਿੱਚ ਉਹ ਜਿਨ੍ਹਾਂ ਨੂੰ ਬੁਲਾਉਣ ਜਾ ਰਿਹਾ ਹੈ ਉਹਨਾਂ ਦੀ ਬੋਰਡਿੰਗ ਲੌਜਿੰਗ ਨੂੰ ਲੁੱਕ ਆਫਟਰ ਕਰ ਸਕਦਾ ਜਾਂ ਨਹੀਂ ਕਰ ਸਕਦਾ ਜੌਬ ਕਿਸ ਤਰ੍ਹਾਂ ਦੀ ਕਰਦਾ ਫਾਈਨੈਂਸ਼ੀਅਲ ਰਿਸੋਰਸਸ ਕਿਸ ਤਰ੍ਹਾਂ ਦੇ ਹੈਗੇ ਨੇ ਉਸ ਤੋਂ ਬਾਅਦ ਜਿਹੜੇ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਐਪਲੀਕੈਂਟ ਹੈਗੇ ਨੇ ਉਹਨਾਂ ਦਾ ਦੇਖਦੇ ਆ ਕਿ ਉਹਨਾਂ ਦੇ ਟਾਈਜ਼ ਟੂ ਦਾ ਹੋਮ ਕੰਟਰੀ ਕਿੰਨੇ ਸਟਰੋਂਗ ਹੈਗੇ ਨੇ ਸੋ ਫਾਈਨੈਂਸ਼ੀਅਲੀ ਜਿੰਨੇ ਸਟਰੋਂਗ ਹੋਣਗੇ ਟਾਈਜ਼ ਜਿੰਨੇ ਸਟਰੋਂਗ ਹੋਣਗੇ ਉਹਨਾਂ ਦਾ ਸਕਸੈਸ ਰੇਟ ਵੱਧ ਜਾਂਦਾ ਹੈਗਾ ਸੋ ਜਿੱਥੇ ਫਾਈਨੈਂਸ਼ੀਅਲ ਰਿਸੋਰਸਸ ਘੱਟ ਹੋਣਗੇ ਉੱਥੇ ਆਫੀਸਰ ਨੂੰ ਲੱਗੇਗਾ ਕਿ ਇਹ ਡਿਪੈਂਡੈਂਟ ਹੋ ਸਕਦੇ ਨੇ ਜਾਂ ਇੱਥੇ ਸਾਡੇ ਵਾਪਸ ਆਉਣ ਦੇ ਇਹਨਾਂ ਦੇ ਚਾਂਸਸ ਘੱਟ ਹੈਗੇ ਨੇ ਸੋ ਟਾਈਜ਼ ਤੁਹਾਡੇ ਬਹੁਤ ਸਟਰੋਂਗ ਹੋਣੇ ਚਾਹੀਦੇ ਨੇ ਜਿੰਨੀ ਸਟਰੋਂਗਲੀ ਐਸਟੈਬਲਿਸ਼ਮੈਂਟ ਸ਼ੋ ਕਰੋਗੇ ਉਹਨਾਂ ਆਫੀਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਏਗਾ ਤੇ ਸਰ ਜਦੋਂ ਕੋਈ ਵੀ ਜਿਹੜਾ ਆਪਣੇ ਰਿਲੇਟਿਵ ਨੂੰ ਕੋਈ ਬੁਲਾਉਣਾ ਚਾਹੁੰਦਾ ਜਿਵੇਂ ਸਿਸਟਰ ਨੂੰ ਬੁਲਾਉਣਾ ਚਾਹੁੰਦੇ ਨੇ ਦੱਸਿਆ ਕੋਈ ਇਦਾਂ ਦਾ ਹੈ ਕਿ ਮਿਨੀਮਮ ਤੁਸੀਂ ਇੰਨੇ ਸਾਲ ਇੱਥੇ ਕੰਮ ਕਰਾ ਹੋਣਾ ਚਾਹੀਦਾ ਤੁਹਾਡੇ ਕੋਲ ਬੈਲੈਂਸ ਨਾ ਹੋਣਾ ਚਾਹੀਦਾ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲੈਂਦੇ ਤਾਂ ਸਰ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਅਸੀਂ ਆਪਣੇ ਤੋਂ ਬਰੈਂਪਟਨ ਤੋਂ ਬੋਲਦੇ ਹਾਂ ਜੀ ਪੁੱਛੋ ਮੈਮ ਕੀ ਚਾਹੁੰਦੇ ਜਿੱਦਾਂ ਸਾਡਾ ਮਤਲਬ ਪੀਆਰ ਆਪਣਾ ਸੌਰੀ ਪੀਆਰ ਦੀ ਜੈਸ ਹੋਈ ਆ ਨਾ ਹਾਂਜੀ ਉਸ ਤੋਂ ਬਾਅਦ ਸਾਨੂੰ ਜਿੱਦਾਂ 3 ਮਹੀਨੇ ਹੋ ਜਲੇ ਚੌਥਾ ਮਹੀਨਾ ਚੱਲ ਰਿਹਾ ਸਾਨੂੰ ਹਜੇ ਤੱਕ ਲੈਂਡਿੰਗ ਪੇਪਰ ਨਹੀਂ ਮਿਲਿਆ ਕਿਸ ਕੈਟਾਗਰੀ ਦੇ ਵਿੱਚ ਕਿਸ ਕੈਟਾਗਰੀ ਦੇ ਵਿੱਚ ਮੈਮ ਜਿੱਦਾਂ ਹਸਬੈਂਡ ਵਾਈਫ ਦਾ ਆਇਆ ਸੀ ਹਸਬੈਂਡ ਦਾ ਆ ਗਿਆ ਵਾ ਪਰ ਮੇਰਾ ਨਹੀਂ ਆਇਆ ਪੇਪਰ ਜਿੱਦਾਂ ਕਿਸ ਕੈਟਾਗਰੀ ਦੇ ਵਿੱਚ ਲਗਾਇਆ ਸੀ ਮੈਮ ਵੀਜ਼ਾ ਤੁਸੀਂ ਆਪਣਾ ਜਿੱਦਾਂ ਮਤਲਬ ਪੇਰੈਂਟਸ ਨੂੰ ਸੱਦਦੇ ਆ ਫੈਮਿਲੀ ਓਕੇ ਜੀ ਫੈਮਿਲੀ ਬੇਸ ਤੇ ਬੱਚਿਆਂ ਨੂੰ ਠੀਕ ਹੈ ਸੱਦਦੇ ਡਬਲ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਮ ਹਾਂਜੀ ਠੀਕ ਹੈ ਮੈਮ ਤੁਸੀਂ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਹੈਲੋ ਹਾਂਜੀ ਹਾਂਜੀ ਮੈਮ ਟੀਵੀ ਤੇ ਸਕਰੀਨ ਤੇ ਤੁਸੀਂ ਆਨਸਰ ਲੈ ਸਕਦੇ ਹੋ ਜੀ ਹਾਂਜੀ ਸਰ ਇਹਨਾਂ ਦਾ ਜਿਹੜਾ ਸੀਪੀ ਇੱਕ ਕਾਲ ਆ ਗਿਆ ਠੀਕ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਅਸੀਂ ਬਰੈਂਪਟਨ ਤੋਂ ਬੋਲਦੇ ਹਾਂ ਹਾਂਜੀ ਮੈਮ ਤੇ ਮੈਂ ਗੁਰਮੀਤ ਕੌਰ ਆ ਜੀ ਮੈਂ ਇਹ ਪੁੱਛਣਾ ਚਾਹੁੰਦੀ ਆ ਕਿ ਸਾਨੂੰ ਇੱਥੇ ਆਇਆ ਨੂੰ 6 ਸਾਲ ਹੋ ਗਏ ਆ ਜੀ ਤੇ ਤਿੰਨ ਵਾਰ ਅਪਲਾਈ ਕੀਤਾ 2 ਵਾਰੀ ਤੇ ਅਸੀਂ ਏਪੀ ਲਾਟਰੀ ਵਿੱਚ ਤੇ ਇੱਕ ਵਾਰ ਪਹਿਲਾਂ ਜੀ ਤੇ ਪਹਿਲਾਂ ਤੁਹਾਡਾ ਜਵਾਬ ਦੇਤਾ ਕਹਿੰਦੇ ਤੁਸੀਂ ਬਹਿ ਕੇ ਖਾ ਸਕਦੇ ਹੋ ਭਈ ਬਹਿ ਕੇ ਖਾਣੇ ਲੋਕ ਕਿਤੇ ਕਰਦੇ ਨਹੀਂ 70-72 ਸਾਲ ਉਮਰ ਹੋ ਗਈ ਸਾਡੀ ਜੀ ਤੇ ਹੁਣ ਲਾਟਰੀਆਂ ਵਿੱਚ ਤਾਂ ਕੁਝ ਵੀ ਨਹੀਂ ਗਾਇਆ ਹੁਣ ਅਸੀਂ ਕੀ ਕਰ ਸਕਦੇ ਆ ਸੁਣਦੇ ਰੋਜ਼ ਆ ਪਰ ਹੁਣ ਅਸੀਂ ਕੀ ਕਰੀਏ ਦਈਏ ਨਾ ਵਿੱਚ ਕਿ ਨਹੀਂ ਠੀਕ ਹੈ ਮੈਮ ਤੁਸੀਂ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਮੈਮ ਹਾਂ ਠੀਕ ਹੈ ਥੈਂਕ ਯੂ ਸਰ ਪਹਿਲਾਂ ਸੀ ਉਹਨਾਂ ਨੇ ਜਿਹੜੀ ਪੀਆਰ ਦੀ ਫਾਈਲ ਲਗਾਈ ਸੀਗੀ ਉਹਨਾਂ ਨੂੰ ਜੈਸ ਹੋ ਚੁੱਕੀ ਆ ਪਰ ਉਹਨਾਂ ਦੇ ਜਿਹੜੇ ਲੈਂਡਿੰਗ ਪੇਪਰ ਨੇ ਹਜੇ ਤੱਕ ਨਹੀਂ ਆ ਜਦ ਕਿ ਉਹਨਾਂ ਦੇ ਹਸਬੰਡ ਦੇ ਜਿਹੜੇ ਲੈਂਡਿੰਗ ਪੇਪਰ ਆ ਚੁੱਕੇ ਨੇ ਤਾਂ ਕੀ ਇਹਦੇ ਵਿੱਚ ਕੀ ਤੁਸੀਂ ਐਡਵਾਈਸ ਦਿੰਦੇ ਹੋ ਨਾਰਮਲੀ ਨਾਲ ਹੀ ਆਉਂਦੇ ਨੇ ਜੀ ਜਦੋਂ ਪੇਰੈਂਟਸ ਤੇ ਇਕੱਠੀ ਹੁੰਦੀ ਹੈ ਹਸਬੰਡ ਵਾਈਫ ਦੇ ਐਪਲੀਕੇਸ਼ਨਸ ਦੇ ਡਾਕੂਮੈਂਟਸ ਨਾਲ ਹੀ ਆਣੇ ਚਾਹੀਦੇ ਹੈਗੇ ਨੇ ਬਟ ਤੁਸੀਂ ਡੈਫੀਨੇਟਲੀ ਦੇਖੋ ਕਿਤੇ ਮਿਸ ਤਾਂ ਨਹੀਂ ਹੋਗੇ ਦੂਸਰੀ ਤੁਹਾਡੇ ਕੋਲ ਆਪਸ਼ਨ ਹੈਗੀ ਆਪਣੇ ਮੈਂਬਰ ਪਾਰਲੀਮੈਂਟ ਨੂੰ ਰਿਕੁਐਸਟ ਕਰਕੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਹਾਡਾ ਸਟੇਟਸ ਕੀ ਹੈਗਾ ਜਾਂ ਕਿਤੇ ਮਿਸਪਲੇਸ ਤਾਂ ਨਹੀਂ ਹੋਈ ਜੇ ਮਿਸਪਲੇਸ ਹੋਏ ਤਾਂ ਤੁਹਾਨੂੰ ਡਾਕੂਮੈਂਟ ਦੁਬਾਰਾ ਆਣੇ ਚਾਹੀਦੇ ਹੈ ਜੀ ਸਰ ਦੂਸਰਾ ਸੀਗਾ ਮਤਲਬ ਇਹਨਾਂ ਨੇ ਪੁੱਛਿਆ ਸੀ ਕਿ 6 ਸਾਲ ਹੋ ਗਏ ਇਹਨਾਂ ਨੂੰ ਕੈਨੇਡਾ ਆਏ ਤੇ 3 ਵਾਰ ਜਿਹੜੀ ਫਾਈਲ ਲਗਾ ਚੁੱਕੇ ਨੇ ਵੀਆਰ ਦੀ 2 ਵਾਰ ਲੋਟਰੀ ਬੇਸਿਸ ਤੇ ਵੀ ਲਗਾ ਚੁੱਕੇ ਨੇ ਪਰ ਉਹਨਾਂ ਵਿੱਚ ਜਿਹੜਾ ਨਹੀਂ ਲੋਟਰੀ ਵੀ ਨਹੀਂ ਨਿਕਲੀ ਤਾਂ ਹੁਣ ਉਹਨਾਂ ਲਈ ਕੀ ਆਪਸ਼ਨ ਬਚੀ ਹੈ ਭੈਣ ਜੀ ਵੇਟ ਕਰੋ ਮੇਰਾ ਤਾਂ ਸੁਜੈਸ਼ਨ ਇਹੀ ਹੋਏਗਾ ਕਿਉਂਕਿ ਮੋਸਟ ਲਾਈਕਲੀ 3rd ਕੁਆਟਰ ਦੇ ਵਿੱਚ ਦੁਬਾਰਾ ਪੇਰੈਂਟਸ ਦੀਆਂ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨ ਲਿੱਤੀਆਂ ਜਾਣੀਆਂ ਸੋ ਤੁਸੀਂ ਵਿਦ ਇਨ ਕੈਨੇਡਾ ਤੁਹਾਡੇ ਕੋਲ ਇੱਕ ਐਡਵਾਂਟੇਜ ਹੈਗਾ ਕਿ ਤੁਸੀਂ ਬੱਚਿਆਂ ਦੇ ਨਾਲ ਬੈਠੇ ਹੋਏ ਹੋ ਬੱਚਿਆਂ ਦੇ ਵਿੱਚ ਬੈਠੇ ਹੋ ਆਪਣੇ ਗ੍ਰੈਂਡ ਚਿਲਡਰਨਸ ਦੇ ਨਾਲ ਹੈਗੇ ਹੋ ਸੋ ਉਹ ਸਭ ਤੋਂ ਵੱਡਾ ਐਡਵਾਂਟੇਜ ਹੈਗਾ ਕਿ ਤੁਸੀਂ ਆਪਣੇ ਕਲਚਰ ਆਪਣੀ ਸਾਰੀ ਚੀਜ਼ਾਂ ਬੱਚਿਆਂ ਨੂੰ ਦੇ ਪਾ ਰਹੇ ਹੋ ਐਂਡ ਵੇਟ ਐਂਡ ਵਾਚ ਜੀ ਦੂਸਰੀ ਆਪਸ਼ਨ ਹੈ ਇਹ ਕਿ HNC ਦੇ ਵਿੱਚ ਐਪਲੀਕੇਸ਼ਨ ਲਗਾ ਸਕਦੇ ਹੋ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡਸ ਤੇ ਬਟ ਉਹਦਾ ਸਕਸੈਸ ਰੇਟ ਕਾਫੀ ਘੱਟ ਹੈਗਾ ਆ ਬਟ ਉਹਦੇ ਵਿੱਚ ਕੰਪੈਲਿੰਗ ਸਰਕਮਸਟੈਂਸਸ ਹੈਗੇ ਨੇ ਤੇ ਐਪਲੀਕੇਸ਼ਨ ਪਿਕ ਵੀ ਜ਼ਰੂਰ ਹੁੰਦੀ ਹੈਗੀ ਸੋ ਆ ਸਾਰੀ ਚੀਜ਼ਾਂ ਵਾਸਤੇ ਮੇਰਾ ਸੁਜੈਸ਼ਨ ਇੱਕੋ ਹੀ ਰਹੇਗਾ ਕਿ ਵੇਟ ਕਰੋ ਐਂਡ ਇਸ ਵਾਰੀ ਫਿਰ ਫਾਈਲ ਪੁੱਟ ਅਪ ਕਰੋ ਜੀ ਸਰ ਕੁਝ ਨੈਕਸਟ ਕਾਲ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ ਅਸੀਂ ਸਰਸਕਟਨ ਤੋਂ ਬੋਲ ਰਹੇ ਹਾਂ ਹਾਂਜੀ ਮੈਡਮ ਕੀ ਕੁਐਸਚਨ ਹੈ ਤੁਹਾਡਾ ਜੀ
क्वेश्चन पूछना सीगा कि मेरा ब्रदर दुबई ट्रकिंग ਦੀ ਜੌਬ ਕਰਦਾ, ਉਹਨੂੰ 3-4 ਸਾਲ ਹੋ ਗਏ ਕੰਮ ਕਰਦੇ ਜੀ, ਤੇ ਉਹਨਾਂ ਨੂੰ ਇੱਥੇ ਸਪਾਂਸਰ ਕਰਨ ਲਈ EMPLOYER ਵੀ ਹੈਗਾ ਟਰਕਿੰਗ ਕੰਪਨੀ ਤੋਂ, ਉਹਨਾਂ ਕੋਲ ਸਾਰਾ ਕੁਝ ਹੈਗਾ। ਮੈਂ ਪੁੱਛਣਾ ਸੀ ਕਿ ਆਲਸ ਮੈਂਡੇਟਰੀ ਆ ਪਹਿਲਾਂ LMI ਲਗਾਉਣ ਲਈ? ਜੀ ਮੈਮ, ਤੁਸੀਂ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਮੈਮ। ਓਕੇ जी बिल्कुल, आइलेट्स मैंडेटरी नहीं हैगा, बट आइलेट्स पुटअप इस वास्ते करवाने हैगे हैं ताकि ऑफिसर ਨੂੰ ਨਜ਼ਰ ਆਵੇ ਕਿ ਲੈਂਗੁਏਜ ਸਕਿੱਲਸ ਕਿਸ ਤਰ੍ਹਾਂ ਦੀਆਂ ਹੈਗੀਆਂ, ਸੋ ਉਹਦੇ ਵਾਸਤੇ ਉਹ ਅਸੈਸਮੈਂਟ ਆਸਾਨ ਹੋ ਜਾਂਦੀ ਹੈਗੀ। ਸੋ ਦੈਟ ਇਜ਼ ਵਾਟ ਹੈਲਪਸ। ਬਟ ਜੇ ਤੁਹਾਡੇ ਕੋਲ ਆਈਲੈਟਸ ਨਹੀਂ ਹੈਗਾ ਤੁਹਾਡੇ ਬ੍ਰਦਰ ਦੇ ਕੋਲ, ਹੀ ਕੈਨ ਸਟਿਲ ਪੁਟ ਅਪ ਦ ਫਾਈਲ। ਤੇ ਸਰ ਅਗਰ ਦੇਖਿਆ ਜਾਵੇ ਜਿਹੜੇ ਲੋਟਰੀ ਸਿਸਟਮ ਆ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਲਈ ਕਾਲ ਲੈਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਿਹਾ? ਹਾਂਜੀ, ਤੁਸੀਂ ਮਨਪ੍ਰੀਤ ਕੌਰ ਬੋਲ? ਹਾਂਜੀ ਹਾਂਜੀ, ਮਨਪ੍ਰੀਤ ਬੋਲ ਰਿਹਾ ਜੀ। ਅੱਛਾ ਜੀ, ਤੇ ਮੈਂ ਇਹ ਪੁੱਛਣਾ ਸੀ ਕਿ ਮੇਰੇ 2020 ਚ ਪੇਪਰ ਲਗਾਏ ਸੀ ਪੇਰੈਂਟਸ, ਮਤਲਬ ਹਾਂਜੀ ਮਤਲਬ ਪੇਰੈਂਟਸ ਜਦੋਂ ਲੱਗੇ ਸੀ ਨਾ ਹਾਂਜੀ 13 ਚ, ਹਾਂਜੀ, ਤੇ ਉਦੋਂ ਤੇ ਹਜੇ ਤੱਕ ਪੇਪਰ ਨਿਕਲੇ ਨਹੀਂ ਹੈਗੇ ਵੀ ਹੁਣ ਕੀ ਹੈਗਾ ਕਹਾਂ ਅੱਗੇ? ਠੀਕ ਹੈ ਮੈਮ, ਤੁਸੀਂ ਆਨਸਰ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਸਰ ਜ਼ਿਆਦਾਤਰ ਇਹੀ ਦੇਖਿਆ ਗਿਆ ਹੈ ਕਿ ਫਾਈਲਸ ਲੱਗੀਆਂ ਹੋਈਆਂ ਨੇ, ਚਾਹੇ ਉਹ ਪੇਰੈਂਟਸ ਹੈ ਚਾਹੇ ਉਹ PR ਦੀ ਹੈ, ਇਹਨਾਂ ਦੇ ਵੀ ਸੇਮ ਕੁਐਸਚਨ ਆ ਕਿ 2020 ਦੇ ਵਿੱਚ ਇਹਨਾਂ ਨੇ ਫਾਈਲ ਲਗਾਈ ਹੈ, ਅਕਤੂਬਰ ਦੇ ਵਿੱਚ ਹਜੇ ਤੱਕ ਕੋਈ ਅਪਡੇਟ ਨਹੀਂ ਹੈ। ਮਨਪ੍ਰੀਤ, ਹਾਲੇ ਤੱਕ 1.8 ਮਿਲੀਅਨ ਦਾ ਬੈਕਲੌਗ ਹੈਗਾ ਜੀ, ਉਹਦੇ ਵਿੱਚ ਮੈਕਸਿਮਮ ਫਾਈਲਸ ਜਿਹੜੀਆਂ ਹੈਗੀਆਂ ਇੰਡੀਆ ਤੋਂ ਹੈਗੀਆਂ ਜੀ, ਐਂਡ ਕਲੋਜ਼ ਟੂ 1 ਮਿਲੀਅਨ ਫਾਈਲਸ ਜਿਹੜੀਆਂ ਹੈਗੀਆਂ ਇੰਡੀਆ ਤੋਂ ਬੈਕਲੌਗ ਹੈਗਾ। ਸੋ ਇਸ ਟਾਈਮ ਤੇ ਇੰਡੀਆ ਤੋਂ ਬੈਕਲੌਗ ਕਾਫੀ ਜ਼ਿਆਦਾ ਹੈਗਾ। ਅਨਫੋਰਚੂਨੇਟਲੀ ਉਹਨੂੰ ਟਾਈਮ ਲੱਗੇਗਾ ਬਿਕੋਜ਼ 2 ਸਾਲ ਕੋਈ ਕੰਮ ਨਾ ਹੋਣ ਕਰਨ ਵਾਸਤੇ ਸ਼ਾਰਟ ਸਟਾਫਡ ਹੋਣ ਕਰਕੇ ਐਮਬੈਸੀਜ਼ ਉਸ ਤਰ੍ਹਾਂ ਮੂਵਮੈਂਟ ਨਹੀਂ ਕਰ ਸਕੀਆਂ। ਸੋ ਹੁਣ ਐਕਸਪੈਕਟਡ ਹੈਗਾ ਕਿ ਅਗਲੇ 3-4 ਮਹੀਨਿਆਂ ਦੇ ਵਿੱਚ ਕਾਫੀ ਫਾਈਲਾਂ ਕਾਫੀ ਸਪੀਡ ਦੇ ਨਾਲ ਮੂਵ ਹੋਣਗੀਆਂ, ਬਟ ਸਟਿਲ ਇਟ ਵਿਲ ਟੇਕ ਟਾਈਮ, ਐਵਰੀਬਡੀ ਹੈਜ਼ ਟੂ ਬੀ ਪੇਸ਼ੈਂਟ। ਜੀ ਸਰ, ਗੱਲ ਕਰ ਰਹੇ ਸੀ ਲੋਟਰੀ ਦੀ। ਲੋਟਰੀ ਸਿਸਟਮ ਦੀ ਵੇਟ ਹੈ ਜਿਹੜੀ ਹਰ ਬੱਚਾ ਕਰ ਰਿਹਾ ਕਿ ਅਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਜਿਹੜਾ ਕੈਨੇਡਾ ਲਿਆ ਕੇ ਦਿਖਾ ਸਕੀਏ, ਹੈ ਨਾ, ਚਾਹੇ ਉਹ ਇੰਡੀਆ ਦੇ ਵਿੱਚ। ਅਗਰ ਇੱਥੇ ਬੈਠੇ ਪੇਰੈਂਟਸ ਨੂੰ ਇੰਨਾ ਟਾਈਮ ਲੱਗ ਰਿਹਾ ਤਾਂ ਜਿਹੜੇ ਆਊਟ ਆਫ ਕੰਟਰੀ ਨੇ ਤਾਂ ਉਹਦੇ ਲਈ ਉਹਨਾਂ ਲਈ ਕੀ ਆਪਸ਼ਨ ਬਚਦੀ ਹੈ? ਮਨਪ੍ਰੀਤ, ਚਾਹੇ ਪੇਰੈਂਟਸ ਇਨਸਾਈਡ ਹੋਣ ਚਾਹੇ ਆਊਟਸਾਈਡ ਹੋਣ, ਉਹ ਐਪਲੀਕੇਸ਼ਨ ਸੇਮ ਪ੍ਰੋਸੈਸ ਦੇ ਨਾਲ ਕੋਈ ਡਿਫਰੈਂਟ ਕਿਉਂ ਨਹੀਂ ਹੈਗੀ ਪਹਿਲੀ ਗੱਲ। ਬਿਕੋਜ਼ ਜਿਹੜੇ ਪੇਰੈਂਟਸ ਵਿਦਨ ਕੈਨੇਡਾ ਵੀ ਹੈਗੇ ਨੇ, ਉਹ 2014 ਦੇ ਵਿੱਚ ਜਦੋਂ ਸੁਪਰ ਵੀਜ਼ਾ ਸ਼ੁਰੂ ਵੀ ਕੀਤਾ ਗਿਆ ਸੀਗਾ, ਸੋ ਐਸੇ ਇਨੀਸ਼ੀਏਟਿਵ ਨਾਲ ਸ਼ੁਰੂ ਕੀਤਾ ਸੀਗਾ ਕਿਉਂਕਿ ਉਦੋਂ ਬੈਕਲੌਗ ਹੋ ਗਿਆ ਸੀ 5 ਤੋਂ 6 ਸਾਲ ਦਾ। ਸੋ ਐਸੇ ਕਰਕੇ ਸ਼ੁਰੂ ਕੀਤਾ ਗਿਆ ਸੀ, ਉਲੀਕਿਆ ਗਿਆ ਸੀ ਤਾਂ ਕਿ ਬੈਕਲੌਗ ਭਾਵੇਂ ਚੱਲਦਾ ਰਹੇ, ਐਟਲੀਸਟ ਪੇਰੈਂਟਸ ਆ ਕੇ ਆਪਣੇ ਬੱਚਿਆਂ ਕੋਲ ਰਹਿ ਸਕਣ। ਸਰ ਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ? ਸਤਿ ਸ੍ਰੀ ਅਕਾਲ ਜੀ, ਮੈਂ ਅਸੀਂ ਇੱਥੋਂ ਬੋਲ ਰਿਹਾ ਜੀ, ਅਲਬਰਟਾ ਤੋਂ। ਹਾਂਜੀ ਨਾ ਮੇਰੇ ਲੜਕੇ ਦੀ ਜੀ PR ਆਪਣੇ ਵਰਕ ਪਰਮਿਟ ਦੀ ਫਾਈਲ ਆਈ ਹੋਈ ਆ ਲੇਡੀ ਦੀ, ਉੱਥੋਂ ਆਹੀ ਇੰਡੀਆ ਤੋਂ ਜੀ। ਇੱਥੇ ਇਹ ਕੰਸਟਰਕਸ਼ਨ ਦਾ ਕੰਮ ਕਰਦਾ, ਸਕਿਲਡ ਵਰਕਰ ਆ ਜੀ। ਇਹਨੇ ਫਾਈਲ ਲਾਈ ਸੀ ਵਰਕ ਪਰਮਿਟ ਤੇ ਬੁਲਾਉਣ ਨੂੰ ਲੜਕੀ ਨੂੰ ਜੀ। ਉਹ 2-2.5 ਮਹੀਨੇ ਹੋ ਗਏ, ਹਜੇ ਤੱਕ ਕੁਝ ਨਹੀਂ ਬਣਿਆ। ਉਹਦਾ ਕਿੰਨਾ ਕੁ ਟਾਈਮ ਸਕਿਲਡ ਵਰਕਰ ਆ ਜੀ। ਐਪਲੀਕੈਂਟ ਕਿੱਥੇ ਆ? ਇੰਡੀਆ ਦੇ ਵਿੱਚ? ਜਿਨ੍ਹਾਂ ਦੀ ਫਾਈਲ ਲੱਗੀ ਹੈ ਜੀ ਉਹ ਇੰਡੀਆ 'ਚ ਨੇ ਜਾਂ ਫਿਰ ਕੈਨੇਡਾ 'ਚ ਨੇ? ਜਿਨ੍ਹਾਂ ਦੀ ਫਾਈਲ ਲੱਗੀ ਆ ਉਹ ਤਾਂ ਇੱਥੇ ਨੇ ਜੀ। ਉਹ ਕੰਮ ਕਰਦੇ ਨੇ ਘਰਾਂ, ਸਕਿਲਡ ਵਰਕਰ ਪਲਾਸਟਰਮੈਨ ਆ ਜੀ। ਉਹਨੇ ਫਾਈਲ ਲਾਈ ਸੀਗੀ ਤੇ ਉਹਨੇ ਲੇਡੀ ਨੇ ਆਉਣਾ ਸੀਗਾ ਜੀ, ਇਹਦੇ ਆਪਣੇ ਘਰ ਆ ਗਈ ਸੀ ਤੇ ਉਹ ਬਣਿਆ ਨੇ 2-2.5 ਮਹੀਨੇ ਹੋ ਗਏ ਜੀ। ਪਰ ਉਹਨੇ ਪੇ ਚੈੱਕਾਂ ਵੀ 3 ਲਾਤੀਆਂ, ਸਾਰਾ ਕੁਝ। ਤੁਸੀਂ ਡਿਪੈਂਡੈਂਟ ਫਾਈਲ ਦੀ ਗੱਲ ਕਰਦੇ ਪਏ ਹੋ, ਆਪਣੀ ਉਹਨਾਂ ਦੀ ਵਾਈਫ ਦੀ ਗੱਲ ਕਰਦੇ ਹੋ? ਸਰ ਤੁਸੀਂ ਜੀ ਵਾਈਫ ਦੀ। ਠੀਕ ਹੈ ਜੀ, ਠੀਕ ਹੈ ਜੀ। ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ। ਹਾਂਜੀ ਸਰ, ਮੈਂ ਇੱਕ ਚੀਜ਼ ਰਿਕੁਐਸਟ ਕਰੂੰਗਾ ਜੀ ਕਿ ਬਿਲਕੁਲ ਸਟ੍ਰੇਟ ਆਨਸਰ ਕੁਐਸਚਨ ਸਵਾਲ ਪੁੱਛਿਆ ਕਰੋ ਤਾਂ ਕਿ ਸਾਨੂੰ ਪਤਾ ਚੱਲੇ। ਬਿਕੋਜ਼ ਉਸ ਤਰ੍ਹਾਂ ਤੁਸੀਂ ਜੇ ਡਿਪੈਂਡੈਂਟ ਵਰਕ ਪਰਮਿਟ ਦੀ ਜਿਹੜੀ ਫਾਈਲ ਹੈਗੀ ਉਹਦਾ ਘੱਟੋ ਘੱਟ ਪ੍ਰੋਸੈਸਿੰਗ ਟਾਈਮ ਅੱਜ ਦੀ ਤਰੀਕ ਦੇ ਵਿੱਚ 4 ਤੋਂ 6 ਮਹੀਨੇ ਦਾ ਚੱਲ ਰਿਹਾ ਜੀ। ਸਰ ਗੱਲ ਕਰ ਰਹੇ ਸੀ ਹੋਈ ਆਪਾਂ ਪੇਰੈਂਟਸ ਦੇ ਡਰਾ ਦੀ ਲੋਟਰੀ ਕਿੱਦਾਂ ਜਿਹੜਾ ਪੇਰੈਂਟਸ ਲਈ ਜਿਹੜੀਆਂ ਕੀ ਆਪਸ਼ਨ ਹੈਗੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਪੇਰੈਂਟਸ ਨੇ ਸਟੂਡੈਂਟਸ ਦੇ ਨਾਲ ਨੇ ਜਾਂ ਜਿਹੜੇ ਫੈਮਿਲੀ ਨਾਲ ਰਹਿ ਰਹੇ ਨੇ ਉਹਨਾਂ ਨੂੰ ਕੋਈ ਜ਼ਿਆਦਾ ਓਪਰਚੁਨਿਟੀਜ਼ ਮਿਲ ਰਹੀਆਂ ਨੇ, ਕੋਈ ਜ਼ਿਆਦਾ ਬੈਨੀਫਿਟ ਹੈ ਉਹਨਾਂ ਦੀ ਫਾਈਲ ਦਾ? ਨਹੀਂ ਜੀ, ਉਹਨਾਂ ਨੂੰ ਕੋਈ ਇੱਕੋ ਐਡਵਾਂਟੇਜ ਹੈਗਾ ਕਿ ਉਹ ਆ ਕੇ ਬੱਚਿਆਂ ਦੇ ਕੋਲ ਬੈਠੇ ਹੋਏ ਨੇ, ਬੱਚਿਆਂ ਦੇ ਨਾਲ ਰਹਿ ਰਹੇ ਨੇ, ਆਪਣੇ ਗ੍ਰੈਂਡ ਚਿਲਡਰਨ ਦੇ ਨਾਲ ਰਹਿ ਰਹੇ ਨੇ, ਆਪਣੀ ਵੈਲਿਊਜ਼ ਬੱਚਿਆਂ ਨੂੰ ਦੇ ਰਹੇ ਨੇ। ਬਟ ਅਦਰ ਦੈਨ ਦੈਟ ਜੇ ਤੁਸੀਂ ਫਾਈਲ ਪ੍ਰਾਇੋਰਟੀ ਦੀ ਗੱਲ ਕਰੋ ਉਹ ਸੇਮ ਇੱਕੋ ਹੀ ਕਿਊ ਹੈਗੀ ਹੈ, ਸੇਮ ਕਿਊ ਦੇ ਵਿੱਚ ਹੀ ਫਾਈਲ ਮੂਵ ਹੁੰਦੀ ਹੈਗੀ ਜੀ। ਤੇ ਸਰ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਕਿ ਕਈ ਵਾਰ ਨੇ ਜਿਹੜੇ ਆਊਟ ਆਫ ਕੰਟਰੀ ਤੋਂ ਜਿਹੜੀਆਂ ਫਾਈਲਸ ਲੱਗਦੀਆਂ ਨੇ ਉਹ LMI ਦੇ ਥਰੂ ਇਦਾਂ ਲੱਗ ਜਾਂਦੀਆਂ ਨੇ ਕਿ ਉਹਨਾਂ ਦੀ ਸਟੱਡੀ ਆ ਜਿਹੜੀ
ਉਹਨਾਂ ਦੀ LMA ਜਿਹੜੀ ਉਹਨਾਂ ਨੂੰ ਜੌਬ ਆਫਰ ਦਿੱਤਾ ਜਾ ਰਿਹਾ ਉਹਦੇ ਨਾਲੋਂ ਘੱਟ ਜ਼ਿਆਦਾ ਹੁੰਦੀ ਆ ਤਾਂ ਕੀ ਉਹਨਾਂ ਦੇ ਇਨ ਫਿਊਚਰ ਉਹਨਾਂ ਤੇ ਇਫੈਕਟ ਕਰਦੀ ਆ? ਲਾਈਕ ਕਿਸੇ ਬੰਦੇ ਨੇ ਜਿਹੜੀ ਆ ਸਟੱਡੀ ਜ਼ਿਆਦਾ ਕੀਤੀ ਹੋਈ ਆ ਬਟ ਉਹਨੂੰ ਜਿਹੜੀ LMI ਮਿਲੀ ਆ ਉਹਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਘੱਟ ਹੈ। ਡਸਨਟ ਮੈਟਰ ਜੀ। ਜੇ ਓਕੇ ਜਦੋਂ ਵੀ ਕੋਈ ਐਪਲੀਕੈਂਟ ਜੌਬ ਆਫਰ ਲੈਂਦਾ LMIA ਲੈਂਦਾ ਜਿਹੜਾ EMPLOYER ਉਹ EMPLOYER ਦੇ ਨਾਲ ਉਹਦੀ 1-on-1 ਇੰਟਰਵਿਊ ਹੋਈ ਹੈ। EMPLOYER ਨੇ ਇੰਨੇ ਕੈਂਡੀਡੇਟਸ ਦੇ ਅਗੇਂਸਟ ਉਸ ਪਾਰਟੀਕੂਲਰ ਕੈਂਡੀਡੇਟ ਨੂੰ ਪਿਕ ਕੀਤਾ ਹੈਗਾ। ਹੁਣ ਜਦੋਂ ਪਿਕ ਕਰ ਲਿਆ ਉਹਨੇ ਉਹਦੀ ਜੌਬ ਐਕਸਪੀਰੀਅੰਸ ਉਹਦੀ ਐਜੂਕੇਸ਼ਨ ਨੂੰ ਦੇਖਦਿਆਂ ਹੋਇਆਂ ਉਹਨੂੰ ਜੌਬ ਆਫਰ ਦਿੱਤੀ ਹੈਗੀ ਹੈ। ਸੋ ਹੁਣ ਕੈਂਡੀਡੇਟ ਵਾਸਤੇ ਕੀ ਹੈਗਾ ਕਿ ਆ ਕੇ ਆਪਣੀ ਕੋਈ ਵੀ ਚੀਜ਼ ਹਾਈਡ ਨਾ ਕਰੇ, ਜੋ ਐਜੂਕੇਸ਼ਨ ਜੇ ਜ਼ਿਆਦਾ ਵੀ ਹੈਗੀ ਪੂਰੀ ਮੈਂਸ਼ਨ ਕਰੇ, ਕਿਉਂਕਿ ਕੱਲ ਨੂੰ ਜਦੋਂ PR ਦੀ ਐਪਲੀਕੇਸ਼ਨ ਲਗਾਣੀ ਹੈ ਤੇ ਉਹ ਹੈਲਪਫੁਲ ਰਹੇਗਾ। ਜੇ ਉਹ ਐਜੂਕੇਸ਼ਨ ਘੱਟ ਸ਼ੋ ਕਰਦਾ ਕੋਈ ਏਜੰਟ ਉਹਨਾਂ ਨੂੰ ਗਾਈਡ ਕਰ ਦਿੰਦਾ ਉੱਥੇ ਬੈਠਾ ਤੇ ਉਹ ਐਬਸੋਲੂਟਲੀ ਬਾਅਦ ਚੋਂ ਤੰਗ ਹੋਏਗਾ। ਸਰ ਆਪਾਂ ਕਾਲ ਲੈਣਾ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਆ? ਹਾਂਜੀ ਅਸੀਂ ਵਿਨੀਪੈਗ ਤੋਂ ਬੋਲਦੇ ਹਾਂ। ਹਾਂਜੀ ਮੈਡਮ, ਕੀ ਕੁਐਸਚਨ ਹੈ ਜੀ? ਹਾਂਜੀ ਸਾਡਾ ਕੁਐਸਚਨ ਸਾਡੇ ਮਾਤਾ ਜੀ ਦੇ ਪੇਪਰ ਲਾਏ ਸੀਗੇ ਲਾਟਰੀ ਦੇ ਵਿੱਚ, ਲਾਟਰੀ ਡਰਾ ਚ ਜੀ, ਉਹਨਾਂ ਦਾ ਨੰਬਰ ਵੀ ਨਿਕਲਿਆ ਸੀਗਾ ਜੀ, ਪਰ ਉਹਨਾਂ ਨੇ ਪਤਾ ਨਹੀਂ ਕਿਉਂ ਜਿਵੇਂ ਉਹਨਾਂ ਨੂੰ ਕੋਈ ਮਿਸਅੰਡਰਸਟੈਂਡਿੰਗ ਹੋ ਗਈ, ਉਹਨਾਂ ਨੇ ਉਹ ਕੇਸ ਜਿਵੇਂ ਰਿਜੈਕਟ ਕਰਤਾ ਜੀ। ਪਰ ਅਸੀਂ ਉਸ ਤੋਂ ਬਾਅਦ ਦੁਬਾਰਾ ਅਪੀਲ ਕੀਤੀ ਆ ਤੇ ਅਸੀਂ ਪੁੱਛਣਾ ਸੀਗਾ ਇਹ ਮਨੂ ਦੱਤਾ ਜੀ ਨੂੰ ਵੀ ਇਹ ਵੀ ਉਹਦੇ ਹਿਸਾਬ ਨਾਲ ਸਾਡਾ ਬਣ ਜੂ ਜਾਂ ਸਾਨੂੰ ਦੁਬਾਰਾ ਤੋਂ ਫਾਈਲ ਲਾਉਣੀ ਪਊਗੀ? ਜੀ ਮੈਮ, ਆਂਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਹਾਂਜੀ ਅਸੀਂ ਮਾਤਾ ਜੀ ਦੇ ਜਿਵੇਂ ਪੇਰੈਂਟਸ ਤੇ ਪੇਪਰ ਲਾਏ ਸੀ। ਜੀ ਜੀ ਜੀ, ਆਂਸਰ ਤੁਸੀਂ ਟੀਵੀ ਸਕਰੀਨ ਲਾਓ। ਓਕੇ, ਕਦੇ ਵੀ ਕੋਈ ਆਫੀਸਰ ਜਿਹੜਾ ਡਿਸੀਜਨ ਲੈਂਦਾ ਨਾ ਜੀ ਫਾਈਲ ਦੇ ਉੱਤੇ ਉਹ ਤੁਹਾਡੀ ਡਾਕੂਮੈਂਟੇਸ਼ਨਸ ਦੇ ਉੱਤੇ ਲੈਂਦਾ ਹੈਗਾ। ਜੋ ਇਨਫੋਰਮੇਸ਼ਨ ਤੁਸੀਂ ਪ੍ਰੋਵਾਈਡ ਕੀਤੀ, ਜੋ ਡਾਕੂਮੈਂਟੇਸ਼ਨਸ ਤੁਸੀਂ ਪ੍ਰੋਵਾਈਡ ਕੀਤੀਆਂ ਉਹਨਾਂ ਨੂੰ ਦੇਖਦਿਆਂ ਉਹਦੇ ਮੱਦੇਨਜ਼ਰ ਉਹ ਸਾਰੇ ਡਿਸੀਜਨ ਲੈਂਦਾ ਹੈਗਾ। ਸੋ ਜੇ ਕੋਈ ਰਿਫਿਊਜ਼ਲ ਇਹੋ ਜਿਹਾ ਆਇਆ ਹੈਗਾ, ਤੁਸੀਂ ਜਿਹੜੇ ਕੰਸਲਟੈਂਟ ਲਾਇਰ ਦੀ ਸਲਾਹ ਲਿੱਤੀ ਸੀ ਉਹਨਾਂ ਨੂੰ ਪੁੱਛੋ ਕਿ ਕਿਸ ਤਰ੍ਹਾਂ ਕਿਹੜੀਆਂ ਆਪਸ਼ਨ ਬੈਸਟ ਵਰਕ ਕਰਨੀਆਂ ਚਾਹੀਦੀਆਂ। ਜੇ ਤੇ ਕੋਈ ਇਹੋ ਜਿਹੀ ਗਲਤੀ ਹੈਗੀ ਹੈ ਜਿਹੜਾ ਡਿਸੀਜਨ ਤੁਸੀਂ ਮਿਸਅੰਡਰਸਟੈਂਡਿੰਗ ਕਹਿ ਰਹੇ ਹੋ ਤੇ ਬਿਲਕੁਲ ਜੀ ਉਹ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਉਹ ਐਪਲੀਕੇਸ਼ਨ ਨਿਕਲ ਸਕਦੀ ਹੈਗੀ ਐਂਡ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਜਾ ਕੇ ਤੁਹਾਡੇ ਚਾਂਸਸ ਜ਼ਿਆਦਾ ਬ੍ਰਾਈਟ ਹੈਗੇ ਨੇ। ਹੋ ਸਕਦਾ ਅਗਲੇ ਡਰਾਅ ਦੇ ਵਿੱਚ ਤੁਹਾਡੀ ਲੋਟਰੀ ਦੇ ਵਿੱਚ ਪਿਕ ਹੀ ਨਾ ਹੋਵੇ 2 ਸਾਲ। ਸੋ ਅਪੀਲ ਦੇ ਵਿੱਚ ਜਾਣਾ ਇਜ਼ ਅ ਬੈਟਰ ਆਪਸ਼ਨ ਐਟ ਦਿਸ ਮੋਮੈਂਟ, ਬਟ ਅਗੇਨ ਆਪਣੇ ਲਾਇਰ ਜਾਂ ਕੰਸਲਟੈਂਟ ਤੋਂ ਪੁੱਛੋ ਕਿ ਆਹ ਰਿਫਿਊਜ਼ਲ ਨੂੰ ਅਸੀਂ ਕਿਸ ਤਰ੍ਹਾਂ ਟੈਕਲ ਕਰ ਸਕਦੇ ਹਾਂ। ਜੀ ਸਰ, ਗੱਲ ਕਰ ਰਹੇ ਸੀਗੇ ਆਪਾਂ ਫਿਰ ਬਾਰ-ਬਾਰ ਆਪਣੇ ਕੋਲ ਲੋਟਰੀ ਸਿਸਟਮ ਦਾ, ਕਿਉਂਕਿ ਹਰ ਕੋਈ ਜਿਹੜਾ ਲੋਟਰੀ ਸਿਸਟਮ ਦਾ ਚੱਲ ਰਿਹਾ ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਆ ਅਗਰ ਸਟੱਡੀ ਜ਼ਿਆਦਾ ਹੈ ਤਾਂ ਕਿਸ ਤਰ੍ਹਾਂ ਦਾ ਪ੍ਰੋਸੈਸ ਰਹਿੰਦਾ ਉਹਨਾਂ ਦਾ? ਜੀ ਬਿਲਕੁਲ, LMIA ਤੇ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਦੀਆਂ ਸ਼ਾਰਟੇजेस ਐਗਜ਼ਿਸਟ ਕਰਦੀਆਂ ਪਈਆਂ ਦੋਨਾਂ ਵਾਸਤੇ ਐਡਵਾਂਟੇਜ ਹੈਗਾ। EMPLOYER ਵਾਸਤੇ ਵੀ ਐਡਵਾਂਟੇਜ ਹੈ ਐਂਡ EMPLOYEE ਵਾਸਤੇ ਵੀ ਐਡਵਾਂਟੇਜ ਹੈਗਾ। ਬਿਕੋਜ਼ EMPLOYER ਵਾਸਤੇ ਇਹ ਐਡਵਾਂਟੇਜ ਹੈਗਾ ਕਿ ਵਿਦ ਇਨ ਕੈਨੇਡਾ ਜੇ ਕੋਈ ਐਪਲੀਕੈਂਟ ਹੈਗਾ, ਪਬਲਿਕ ਪੋਲਿਸੀ ਚੱਲ ਰਹੀ ਹੈ, ਉਸ ਕੈਂਡੀਡੇਟ ਨੂੰ ਆਰਾਮ ਨਾਲ ਵਰਕ ਪਰਮਿਟ ਮਿਲ ਸਕਦਾ, ਆਈਲੈਟਸ ਦੀ ਲੋੜ ਨਹੀਂ ਹੈਗੀ ਵਿਦ ਇਨ ਕੈਨੇਡਾ। ਦੂਸਰੀ ਚੀਜ਼ ਹੈਗੀ EMPLOYER ਦੀ ਸ਼ਾਰਟੇजेस ਫਿਲ ਹੋ ਰਹੀਆਂ ਹੈਗੀਆਂ। ਹੁਣ ਜਿਹੜਾ EMPLOYEE ਹੈਗਾ ਜੇ ਉਹਦੀ ਏਜ ਜ਼ਿਆਦਾ ਹੈਗੀ ਹੈ, ਐਜੂਕੇਸ਼ਨ ਘੱਟ ਹੈਗੀ ਹੈ, ਲੈਂਗੁਏਜ ਸਕਿੱਲਸ ਘੱਟ ਹੈਗੀਆਂ, ਆਈਲੈਟਸ ਦੇ ਵਿੱਚ ਘੱਟ ਬੈਂਡ ਲੈ ਸਕਦਾ ਤੇ PNP ਦੇ ਵਿੱਚ ਕਈ ਆਪਸ਼ਨਾਂ ਐਗਜ਼ਿਸਟ ਕਰਦੀਆਂ ਜਿਹਦੇ ਵਿੱਚ ਉਹ PR ਵਾਸਤੇ ਕੁਆਲੀਫਾਈ ਕਰ ਸਕਦੇ ਨੇ, PR ਹਾਸਲ ਕਰ ਸਕਦੇ ਨੇ। ਐਂਡ ਇਸ ਟਾਈਮ ਤੇ ਬਹੁਤ ਸਾਰੇ ਇਹੋ ਜਿਹੇ ਵੀ ਵਿਜ਼ਟਰਸ ਹੈਗੇ ਨੇ ਮਨਪ੍ਰੀਤ ਜਿਹੜੇ ਬਿਜ਼ਨਸ ਕਰਦੇ ਆਏ ਨੇ, ਕੋਈ ਸੀਨੀਅਰ ਮੈਨੇਜਮੈਂਟ ਤੇ ਜੌਬ ਕਰਦਾ ਆਇਆ ਹੈਗਾ। ਸੋ ਇਹੋ ਜਿਹੇ ਕੈਂਡੀਡੇਟ ਜਿਨ੍ਹਾਂ ਦੀ ਏਜ ਜ਼ਿਆਦਾ ਹੈਗੀ ਜੋ ਆ ਕੇ ਕੋਈ ਬਿਜ਼ਨਸ ਬਾਏ ਕਰ ਲੈਂਦੇ ਨੇ। ਇਹ ਬਿਜ਼ਨਸ ਵੀ ਬਾਏ ਕਰਨ ਦਾ ਨਹੀਂ ਕਿ 10,000 ਦਾ ਬਿਜ਼ਨਸ ਹੋਵੇ ਜਾਂ 5, ਇਹੋ ਜਿਹਾ ਬਿਜ਼ਨਸ ਹੋਣਾ ਚਾਹੀਦਾ ਜਿਹਦੇ ਨਾਲ ਉਹਨਾਂ ਦਾ ਖਰਚਾ ਚੱਲ ਸਕੇ, ਉਹ 2 EMPLOYEES ਰੱਖ ਕੇ ਉਹਨਾਂ ਦਾ ਖਰਚਾ ਕੱਢ ਸਕਣ, ਗਰੋ ਹੋ ਸਕੇ ਤੇ ਐਬਸੋਲੂਟਲੀ ਉਹ ਓਨਰ ਆਪਰੇਟਰ ਦੇ ਵਿੱਚ ਉਹਨੂੰ ਰਨ ਕਰਨ ਵਾਸਤੇ LMIA ਲੈ ਸਕਦੇ ਨੇ। ਸੋ ਓਨਰ ਆਪਰੇਟਰ ਦੇ ਵਿੱਚ ਉਹ ਕੱਲ ਨੂੰ ਐਕਸਪ੍ਰੈਸ ਐਂਟਰੀ CEC ਕਲਾਸ ਦੇ ਵਿੱਚ PNPs ਦੇ ਵਿੱਚ ਕੁਆਲੀਫਾਈ ਵੀ ਹੋ ਸਕਦੇ ਨੇ ਪਰਮਨੈਂਟ ਰੈਜ਼ੀਡੈਂਸੀ ਵਾਸਤੇ। ਕਾਲਰ ਜੁੜ ਚੁੱਕੇ ਨੇ ਆਪਣੇ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਿਹਾ? ਇਹ ਤਾਂ ਮੌਂਟਰੀਅਲ ਤੋਂ ਬੋਲ ਰਿਹਾ ਜੀ। ਹਾਂਜੀ ਸਰ। ਹਾਂਜੀ ਸਰ, ਕੋਈ ਕੁਐਸਚਨ ਹੈ ਤੁਹਾਡਾ ਜੀ? ਇਹਨਾਂ ਨੂੰ ਜਿਹੜੇ ਟੀਵੀ ਤੇ ਆਏ ਹੋਏ ਸਰ ਜੀ ਇਹਨਾਂ ਨਾਲ ਗੱਲ ਕਰਨੀ ਚਾਹੁੰਦੇ। ਹਾਂਜੀ ਹਾਂਜੀ, ਕੁਐਸਚਨ ਪੁੱਛੋ ਜੀ, ਕੀ ਕੁਐਸਚਨ ਹੈ ਤੁਹਾਡਾ? ਕੁਐਸਚਨ ਲੱਗਾ ਜੀ ਵੀ ਸਾਡੇ ਰਿਸ਼ਤੇਦਾਰ ਇੰਡੀਆ ਤੋਂ ਆਏ ਆ। ਹਾਂਜੀ, ਬੀਚ ਤੇ ਜਿਸ ਤਰ੍ਹਾਂ ਹਾਂਜੀ ਹਾਂਜੀ, ਤੇ ਨਾਲ ਮੁੰਡਾ 15-16 ਸਾਲ ਦਾ ਆ, ਉਹ ਇੱਥੇ ਸਟੱਡੀ ਕਰ ਸਕਦਾ? ਜੀ ਸਰ, ਆਨਸਰ ਤੁਸੀਂ ਟੀਵੀ ਸਕਰੀਨ ਤੇ ਲੈ ਸਕਦੇ ਹੋ ਜੀ।
ਬਿਲਕੁਲ ਜੀ, ਜਦੋਂ 6 ਮਹੀਨੇ ਤੋਂ ਘੱਟ ਕੋਰਸ ਹੋਵੇ ਤੇ ਤੁਹਾਨੂੰ ਸਟੱਡੀ ਪਰਮਿਟ ਲੈਣ ਦੀ ਲੋੜ ਨਹੀਂ ਪੈਂਦੀ ਕਿਸੇ ਵੀ ਬੱਚੇ ਵਾਸਤੇ। ਬਟ ਜੇ 6 ਮਹੀਨੇ ਤੋਂ ਵੱਧ ਕੋਰਸ ਕਰਨਾ ਹੈਗਾ, ਸਟੱਡੀ ਕਰਨੀ ਹੈਗੀ ਤੇ ਬਿਲਕੁਲ ਸਟੱਡੀ ਪਰਮਿਟ ਲੈਣਾ ਪੈਂਦਾ ਐਂਡ ਉਹਦੇ ਵਾਸਤੇ ਉਸ ਬੱਚੇ ਦੀ ਐਡਮਿਸ਼ਨਸ ਲੈਣੀਆਂ ਪੈਣਗੀਆਂ। ਸੋ ਜੇ 16 ਸਾਲ ਦਾ ਹੈਗਾ ਆ ਤੇ ਉਹ ਬੱਚਾ ਤਕਰੀਬਨ ਗ੍ਰੇਡ 12 ਦੇ ਵਿੱਚ ਹੋਣਾ ਚਾਹੀਦਾ ਜਾਂ ਗ੍ਰੇਡ 12 ਕਰਕੇ ਆਇਆ ਹੋਣਾ ਚਾਹੀਦਾ। ਤੇ ਬਿਲਕੁਲ ਜੀ ਉਹ ਕਿਸੇ ਵੀ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਜਾ ਸਕਦਾ ਹੈਗਾ ਐਂਡ ਉਹਦਾ ਸਟੱਡੀ ਪਰਮਿਟ ਅਪਲਾਈ ਕੀਤਾ ਜਾ ਸਕਦਾ ਹੈ। ਐਂਡ ਜੇ ਮੌਂਟਰੀਅਲ ਦੇ ਵਿੱਚ ਕਰਨਾ ਤੇ ਪਹਿਲੇ CSQ ਵੀ ਲੈਣਾ ਪਏਗਾ ਉਹਦੇ ਵਾਸਤੇ ਜੀ। ਸਰ ਇੱਕ ਵਾਰ ਜਿਹੜੇ ਦਰਸ਼ਕ ਹਮੇਸ਼ਾ ਕੁਐਸਚਨ ਪੁੱਛਦੇ ਨੇ ਸਾਡੇ ਕੋਲੋਂ ਕਿ ਜਿਹੜਾ ਉਹਨਾਂ ਦਾ ਵਿਜ਼ਟਰ ਵੀਜ਼ਾ ਚਾਹੇ ਉਹਨੂੰ ਸਪਾਂਸਰਸ਼ਿਪ ਦੇ ਥਰੂ ਮਿਲਿਆ ਹੋਵੇ ਬਾਰ-ਬਾਰ ਰਿਜੈਕਟ ਹੁੰਦਾ ਰਹਿੰਦਾ, ਤਾਂ ਉਹਨਾਂ ਕੋਲ ਕੀ ਆਪਸ਼ਨ ਬਚਦੀ ਹੈ ਕਿ ਉਹਨਾਂ ਦੀ ਫਾਈਲ ਜਿਹੜੀ ਹੈ 5 ਤੋਂ 6 ਵਾਰ ਅਗਰ ਰਿਜੈਕਟ ਹੋ ਚੁੱਕੀ ਹੈ ਵਿਜ਼ਟਰ ਵੀਜ਼ਾ ਦੀ, ਤਾਂ ਉਹਨਾਂ ਕੋਲ ਕੀ ਆਪਸ਼ਨ ਬਚਦੀ ਹੈ, ਕਿੱਦਾਂ ਆ ਸਕਦੇ ਨੇ ਉਹ? ਮਨਪ੍ਰੀਤ, ਆਫਿਸਰ ਜਦੋਂ ਵੀ ਕੋਈ ਫਾਈਲ ਰਿਫਿਊਜ਼ ਕਰਦਾ ਹੈ ਕੋਈ ਕਾਰਨ ਹੋਏਗਾ ਤਾਂ ਹੀ ਉਹ ਫਾਈਲ ਰਿਫਿਊਜ਼ ਕਰਦਾ। ਯੈਸ, ਕੁਝ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਇਨਪੁਟਸ ਹੁੰਦੀਆਂ ਉਹ ਕੰਮ ਗਲਤ ਕਰ ਜਾਂਦੀਆਂ ਹੈਗੀਆਂ, ਬਟ ਅਦਰ ਦੈਨ ਦੈਟ ਨਾਰਮਲੀ ਤੁਹਾਡੇ ਡਾਕੂਮੈਂਟੇਸ਼ਨ ਦੇ ਵਿੱਚ ਵੀ ਕੋਈ ਘਾਟ ਰਹਿ ਜਾਂਦੀ ਹੈਗੀਆਂ। ਕਈ ਵਾਰੀ ਤੁਸੀਂ ਫਾਈਨੈਂਸ਼ੀਅਲਸ ਆਪਣੇ ਪੂਰੇ ਪੁੱਟ ਅਪ ਨਹੀਂ ਕਰਦੇ, ਤੁਸੀਂ ਸ਼ੋਅ ਨਹੀਂ ਕਰਦੇ ਤੁਹਾਡੇ ਰੀਜ਼ਨਸ ਟੂ ਗੋ ਬੈਕ, ਤੁਹਾਡੇ ਟਾਈਜ਼ ਟੂ ਦਾ ਹੋਮ ਕੰਟਰੀ ਉਸ ਤਰ੍ਹਾਂ ਤੁਸੀਂ ਪ੍ਰੈਜ਼ੈਂਟ ਨਹੀਂ ਕਰਦੇ, ਤੁਸੀਂ ਆਪਣੇ ਫਾਈਨੈਂਸ਼ੀਅਲ ਰਿਸੋਰਸਿਸ ਤੁਸੀਂ ਸ਼ੋਅ ਕਰਤੇ ਜੀ ਪ੍ਰਾਪਰਟੀ 50 ਕਰੋੜ ਦੀ ਸਾਡੇ ਕੋਲ ਹੈਗੀ ਹੈ, ਅਕਾਊਂਟ ਦੇ ਵਿੱਚ ਤੁਸੀਂ ਸ਼ੋਅ ਕੀਤਾ 2 ਲੱਖ ਰੁਪਇਆ ਪਿਆ ਹੈਗਾ, ਤੇ ਆਫਿਸਰ ਸੋਚੇਗਾ ਕਿ 3000 ਦੀ ਟਿਕਟ ਹੀ ਹੈਗੀ ਇਕਨੋਮੀ ਕਲਾਸ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ, ਤੇ ਇਹਦੇ ਕੋਲ ਤੇ 1000 ਹੀ ਬਚਿਆ। ਸੋ ਆਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ। ਤਾਂ ਅਸੀਂ ਜਦੋਂ ਵੀ ਫਾਈਲ ਕੋਈ ਵੀ ਬੰਦਾ ਪ੍ਰਾਪਰਟੀ ਵੇਚ ਕੇ ਟਰੈਵਲ ਨਹੀਂ ਕਰਦਾ, ਸੋ ਉਹਦੇ ਵਾਸਤੇ ਤੁਹਾਡੇ ਜਿਹੜੇ ਐਸੈਟ, ਤੁਹਾਡੇ ਫਾਈਨੈਂਸ਼ੀਅਲ ਜਿਹੜੇ ਤੁਹਾਡੇ ਬੈਂਕਸ ਦੇ ਵਿੱਚ ਪਏ ਨੇ ਉਹ ਹੀ ਤੁਹਾਡੇ ਸੇਵਿੰਗਸ ਵਾਲੇ ਹੀ ਖਰਚੇ ਤੁਸੀਂ ਦਿਖਾ ਸਕਦੇ ਹੋ। ਉਹ ਜਿੰਨੇ ਸਟਰੋਂਗ ਹੋਣਗੇ ਫਾਈਨੈਂਸ਼ੀਅਲੀ ਤੁਸੀਂ ਆਫਿਸਰ ਵਾਸਤੇ ਉਹਨਾਂ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਹੈਗਾ। ਬਟ ਸਰ ਇਹ ਵੀ ਦਰਸ਼ਕ ਇਹ ਵੀ ਕਹਿੰਦੇ ਨੇ ਕਿ ਸਾਡੀ ਫਾਈਲ ਇਸ ਕਰਕੇ ਰਿਜੈਕਟ ਕਰ ਦਿੰਦੇ ਆਫਿਸਰ ਨੂੰ, ਇਹ ਲੱਗਦਾ ਕਿ ਇਹ ਬੰਦਾ ਜਿਹੜਾ ਵਿਜ਼ਟਰ ਵੀਜ਼ਾ ਲਗਵਾ ਕੇ ਸਾਡੇ ਕੋਲ ਵਾਪਸ ਨਹੀਂ ਜਾਏਗਾ। ਜੀ ਬਿਲਕੁਲ, ਇਹਦੇ ਕਰਕੇ ਹੀ ਕਹਿੰਦੇ ਕਿ ਟਾਈਜ਼ ਸ਼ੋ ਕਰਨੇ ਆ, ਕੀ ਕਾਰਨ ਹੋਣਗੇ ਕਿਹੜਾ ਉਹ ਵਾਪਸ ਆਪਣੇ ਮੁਲਕ ਪਰਤਣਗੇ। ਸੋ ਜਿੰਨੇ ਸਟਰੋਂਗਲੀ ਤੁਸੀਂ ਟਾਈਜ਼ ਸ਼ੋ ਕਰੋਗੇ, ਤੁਸੀਂ ਜੌਬ ਕਰਦੇ ਪਏ ਹੋ, ਉਹ ਜੌਬ ਤੋਂ ਛੁੱਟੀਆਂ ਲਿੱਤੀਆਂ ਹੋਈਆਂ, ਬਿਜ਼ਨਸ ਕਰਦੇ ਪਏ ਹੋ, ਬਿਜ਼ਨਸ ਦੀ ਸਾਰੀ ਡਿਟੇਲਸ ਜਾਣੀਆਂ ਚਾਹੀਦੀਆਂ, ਵੈਬਸਾਈਟਸ ਵਗੈਰਾ ਜਾਣੀਆਂ ਚਾਹੀਦੀਆਂ, ਬਿਜ਼ਨਸ ਦੇ ਫਾਈਨੈਂਸ਼ੀਅਲਸ ਲਗਾ ਸਕਦੇ ਹੈਗੇ ਹੋ, ਤੁਹਾਡੀ ਫੈਮਿਲੀ ਪਿੱਛੇ ਰਹਿ ਰਹੀ ਹੈ, ਤੁਹਾਡੇ ਬੱਚੇ ਪਿੱਛੇ ਰਹਿ ਰਹੇ ਨੇ, ਉਹ ਟਾਈ ਹੈਗਾ। ਸੋ ਜਿੰਨੀ ਚੰਗੀ ਤਰ੍ਹਾਂ ਤੁਸੀਂ ਆਪਣੇ ਡਾਕੂਮੈਂਟੇਸ਼ਨਸ ਨੂੰ ਪੁੱਟ ਅਪ ਕਰੋਗੇ ਉਹਨਾਂ ਆਫਿਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋਏਗਾ। ਮਨਪ੍ਰੀਤ, ਅਸੀਂ ਨਾ ਮਹਾਰਤ ਰੱਖਦੇ ਹਾਂ ਇਹੋ ਜਿਹੇ ਕੇਸਿਸ ਨੂੰ ਡੀਲ ਕਰਨ ਵਾਸਤੇ। ਇਹ ਨਹੀਂ ਕਿ ਅਸੀਂ ਵੀਜ਼ਾ ਆਫਿਸਰਸ ਹਾਂ, ਅਸੀਂ ਗਰੰਟੀ ਕਰਦੇ ਹਾਂ, ਬਟ ਆਫਿਸਰਸ ਇਹੋ ਜਿਹੇ ਕੋਈ ਵੀ ਰਿਫਿਊਜ਼ਲ ਆਉਂਦੇ ਹੈਗੇ ਤੇ ਅਸੀਂ ਇਹਨੂੰ ਚੈਲੰਜ ਲੈ ਕੇ ਕਰਦੇ ਹਾਂ। ਐਂਡ ਅਸੀਂ ਵੀ ਹੈਵ ਟੇਕਨ ਵੀਜ਼ਾਸ ਇਹੋ ਜਿਹੀਆਂ ਐਪਲੀਕੇਸ਼ਨ ਜਿਹੜੀਆਂ 8-8 ਈਵਨ 10-10 ਵਾਰ ਦੀਆਂ ਰਿਫਿਊਜ਼ਲਸ ਦੇ ਉੱਤੇ ਵੀ ਪਈਆਂ। ਸੋ ਜੇ ਕਿਸੇ ਦੋਸਤ ਦੀ ਵੀ ਕੋਈ ਇਹੋ ਜਿਹੀ ਐਪਲੀਕੇਸ਼ਨ ਹੈਗੀ ਹੈ ਜੇ ਪਹਿਲੇ ਰਿਫਿਊਜ਼ਡ ਹੈਗੀ ਹੈ, ਡੂ ਨਾਟ ਗਿਵ ਅਪ ਹਾਰਟ। ਪਹਿਲੀ ਗੱਲ ਤਾਂ ਜੇ ਰਿਫਿਊਜ਼ਲ ਆਈ ਹੈ ਦੈਟ ਮੀਨਸ ਦੇਰ ਆਰ ਕੰਸਰਨਸ ਦੈਟ ਨੀਡ ਟੂ ਬੀ ਐਡਰੈਸਡ ਐਂਡ ਤੁਹਾਡੇ ਕੋਲ ਫਾਈਲਸ ਹੋਣੀਆਂ ਚਾਹੀਦੀਆਂ ਕਿ ਪਹਿਲੇ ਇਨਫੋਰਮੇਸ਼ਨ ਕੀ ਦਿੱਤੀ ਗਈ, ਕਿਤੇ ਪਹਿਲੀ ਇਨਫੋਰਮੇਸ਼ਨ ਤੁਹਾਡੀ ਕੰਟਰਾਡਿਕਟ ਤਾਂ ਨਹੀਂ ਕਰ ਰਹੀ ਤੁਹਾਡੀ ਇੱਕ ਦੂਜੇ ਦੀ ਫਾਈਲਾਂ ਦੇ ਉੱਤੇ। ਸੋ ਆਹ ਸਾਰੀਆਂ ਚੀਜ਼ਾਂ ਵੀ ਮੈਟਰ ਕਰਦੀਆਂ ਹੈਗੀਆਂ। ਸੋ ਜਿੰਨੀ ਅੱਛੀ ਤਰ੍ਹਾਂ, ਜਿੰਨੀ ਪ੍ਰੋਫੈਸ਼ਨਲੀ ਤੁਸੀਂ ਫਾਈਲ ਪੁੱਟ ਅਪ ਕਰੋਗੇ, ਸਬਮਿਸ਼ਨਸ ਦੇ ਵਿੱਚ ਚੀਜ਼ਾਂ ਪੁੱਟ ਅਪ ਕਰੋਗੇ, ਉਹਨਾਂ ਆਫਿਸਰ ਵਾਸਤੇ ਪੋਜ਼ਿਟਿਵ ਡਿਸੀਜਨ ਲੈਣਾ ਆਸਾਨ ਹੋ ਜਾਏਗਾ। ਸਰ ਉਸ ਤੋਂ ਬਾਅਦ ਅਗਰ ਆਪਾਂ ਹਟ ਕੇ ਗੱਲ ਕਰੀਏ PR ਐਪਲੀਕੇਸ਼ਨਸ ਦੀ, PR ਦੇ ਜਿਹੜੇ ਨੇ ਪ੍ਰੋਸੈਸਿੰਗ ਤਾਂ ਸ਼ੁਰੂ ਹੋ ਚੁੱਕਿਆ, ਚਾਹੇ ਉਹ ਇਨਸਾਈਡ ਕੈਨੇਡਾ ਚਾਹੇ ਆਊਟਸਾਈਡ ਕੈਨੇਡਾ, ਫਾਸਟ ਵੀ ਹੋ ਰਿਹਾ, ਬਟ ਹਜੇ ਵੀ ਸਟਿਲ ਆ ਜਿਹੜੀ ਕਾਫੀ ਲੰਬੀ ਵੇਟਿੰਗ ਚੱਲ ਰਹੀ ਆ। ਕਿਉਂਕਿ ਕਾਫੀ ਦਰਸ਼ਕਾਂ ਦੇ ਸਵਾਲ ਆਏ ਸੀ ਕਿ ਉਹਨਾਂ ਨੂੰ ਜਿਹੜੀ ਆ PR ਦੀ CPOR ਆ ਚੁੱਕੀ ਆ ਬਟ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆ ਰਹੀ, ਤਾਂ ਇਸ ਦੇ ਵਿੱਚ ਅੱਗੇ ਕਿੰਨਾ ਕੁ ਟਾਈਮ ਲੱਗ ਸਕਦਾ? ਮਨਪ੍ਰੀਤ, ਜਦੋਂ COPR ਆ ਗਈ ਤਾਂ ਬੇਸਿਕਲੀ ਪਰਮਨੈਂਟ ਰੈਜ਼ੀਡੈਂਸੀ ਤੁਹਾਡੇ ਕੋਲ ਆ ਗਈ। ਸੋ ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀ ਉਹਦਾ ਮਤਲਬ ਹੀ ਹੋਏਗਾ। ਬਟ ਇੱਕ ਵਾਰੀ ਹਾਂ, ਬੈਕਲੌਗ ਅੱਜ ਦੀ ਤਰੀਕ ਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਹੈ ਕਿ ਟਾਈਮ ਲੱਗ ਰਿਹਾ ਹਰ ਐਪਲੀਕੇਸ਼ਨ ਨੂੰ ਪ੍ਰੋਸੈਸ ਹੁੰਦੇ ਆ। ਸੋ ਜਿਹੜੇ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਲਗਾ ਕੇ ਬੈਠੇ ਨੇ, ਤੁਸੀਂ 350 ਦੇ ਸਕੋਰ ਤੇ ਬੈਠੇ ਹੋ, 400 ਦੇ ਸਕੋਰ ਤੇ ਬੈਠੇ ਹੋ, 450 ਦੇ ਸਕੋਰ ਤੇ ਬੈਠੇ ਹੋ, ਇੱਕ ਚੀਜ਼ ਯਾਦ ਰੱਖਣਾ ਕਿ ਇਸ ਸਾਲ ਦਾ 2022 ਦਾ ਜਿਹੜਾ ਕੋਟਾ ਹੈ ਤਕਰੀਬਨ 56000 ਐਪਲੀਕੇਸ਼ਨਸ ਦਾ ਹੈਗਾ। ਐਂਡ 56000 ਐਪਲੀਕੇਸ਼ਨਸ ਪਤਾ ਵੀ ਨਹੀਂ ਚੱਲਣੀਆਂ ਕਿਸ ਤਰ੍ਹਾਂ ਪੂਰੀਆਂ ਹੋ ਜਾਣੀਆਂ। ਐਂਡ ਉਹਦੇ ਵਿੱਚ 450 ਤੋਂ ਉੱਪਰ ਤਕਰੀਬਨ 80000 ਐਪਲੀਕੈਂਟ ਦੇ ਪ੍ਰੋਫਾਈਲ ਪਏ ਨੇ। ਸੋ ਤੁਹਾਡੀ ਵਾਰੀ ਕਿਸ ਤਰ੍ਹਾਂ ਆਏਗੀ? ਸੋ ਆਪਣੀ ਜੌਬ ਆਫਰਸ ਦੇ ਉੱਤੇ ਕੰਮ ਕਰੋ। ਜੇ ਤੁਹਾਨੂੰ ਕਿਸੇ ਕੈਨੇਡੀਅਨ ਐਮਪਲੋਇਰ ਤੋਂ ਜੌਬ ਆਫਰ ਮਿਲਦੀ ਹੈ ਤਾਂ ਡੈਫੀਨਿਟਲੀ ਉਹ ਬੜਾ ਵੱਡਾ ਐਡਵਾਂਟੇਜ ਹੋ ਸਕਦਾ, ਬਿਕੋਜ਼ ਜੌਬ ਆਫਰ ਦੇ ਵੀ ਪੁਆਇੰਟਸ ਮਿਲਣਗੇ, ਉਸ ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਪੁਆਇੰਟਸ ਦੇ ਵੀ ਤੁਹਾਡੇ ਐਡ ਹੋ ਜਾਣਗੇ ਤੁਹਾਡੇ ਪ੍ਰੋਫਾਈਲ ਦੇ ਵਿੱਚ, ਐਂਡ ਜਾਂ PNP ਦੇ ਵਿੱਚ ਵੀ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਆਪਸ਼ਨਸ ਕਈ ਖੁੱਲ ਜਾਣਗੀਆਂ। ਸੋ ਜੇ ਤੁਹਾਨੂੰ ਜੌਬ ਆਫਰ ਮਿਲਦਾ ਹੈ, ਗੋ ਫॉर ਇਟ, ਡੂ ਨਾਟ ਈਵਨ ਥਿੰਕ ਅਬਾਊਟ ਇਟ। ਐਂਡ ਇਹਦੇ ਨਾਲ ਤਾਂ ਮਨਪ੍ਰੀਤ ਇੱਕ ਜਾਣ ਤੋਂ ਪਹਿਲਾਂ ਇੱਕ ਚੀਜ਼ ਹੋਰ ਹਾਈਲਾਈਟ ਜ਼ਰੂਰ ਕਰਨਾ ਚਾਹਾਂਗਾ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ, ਜੇ ਤੁਸੀਂ ਗ੍ਰੇਡ 12 ਕਰਕੇ
ਪੜ੍ਹਾਈ ਕਰਕੇ ਕੈਨੇਡਾ ਦੇ ਵਿੱਚ ਆਏ ਸੀਗੇ, 2 ਸਾਲ ਦੇ ਕੋਰਸ ਕਰ ਲਿਆ, ਤੁਸੀਂ ਪੋਸਟ ਗ੍ਰੈਡ ਵਰਕ ਪਰਮਿਟ ਤੇ ਹੈਗੇ ਹੋ, ਕੱਲਾ ਪਲਾਨ ਏ ਦੇ ਉੱਤੇ ਨਾ ਸੋਚੀ ਜਾਓ ਕਿ ਨਵਾਂ ਪ੍ਰੋਗਰਾਮ ਜਿਹੜਾ ਆ ਰਿਹਾ ਸਟੂਡੈਂਟਸ ਵਾਸਤੇ ਜਾਂ ਸੀਸੀ ਕਲਾਸ ਵਾਸਤੇ ਉਹਦੀ ਵੇਟ ਕਰ ਰਹੇ ਆ। ਉਹ ਅੱਜ ਆਏਗਾ, ਕੱਲ ਆਏਗਾ, ਪਰਸੋਂ ਆਏਗਾ, 3rd ਕੁਆਟਰ ਦੇ ਵਿੱਚ ਆਏਗਾ, 4th ਕੁਆਟਰ ਦੇ ਵਿੱਚ ਆਏਗਾ, ਨੋਬਡੀ ਨੋਜ਼ ਅਬਾਊਟ ਇਟ ਬਿਕੋਜ਼ ਹਲੇ ਉਹ ਪ੍ਰੋਗਰਾਮ ਦੇ ਉੱਤੇ ਉਹ ਲਾਅ ਬਣਨਾ ਹਲੇ ਬਾਕੀ ਹੈਗਾ, ਉਸ ਤੋਂ ਬਾਅਦ ਰਾਇਲ ਐਕਸੈਂਟ ਮਿਲਣੀ ਹੈਗੀ, ਸੋ ਉਹਨੂੰ ਟਾਈਮ ਲੱਗੇਗਾ। ਤੁਹਾਡੇ ਕੋਲ ਪਲਾਨ ਬੀ ਦੇ ਉੱਤੇ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਜੇ ਤੁਹਾਡੇ ਕੋਲ ਬੈਂਡ 6 ਹੈਗੇ ਨੇ ਤੇ ਤੁਹਾਡੀ ਐਪਲੀਕੇਸ਼ਨ ਓਨਟਾਰੀਓ ਦੇ ਵਿੱਚ ਪਿਕ ਹੋਣ ਦੇ ਚਾਂਸਸ ਤਾਂ ਹੀ ਹੈਗੇ ਨੇ ਜੇ ਤੁਹਾਡਾ EMPLOYER ਤੁਹਾਨੂੰ LMI ਹੈ ਜਾਂ PNP ਦਿੰਦਾ ਹੈਗਾ, PNP ਦੇ ਵਿੱਚ ਹੈਲਪ ਕਰਦਾ ਹੈਗਾ। ਐਂਡ ਜੇ ਤੁਹਾਨੂੰ PNP LMI ਪ੍ਰੋਸੈਸਿੰਗ ਦੇ ਵਿੱਚ ਹੈਲਪ ਚਾਹੀਦੀ ਹੈ, ਤੁਸੀਂ ICC ਨਾਲ ਕੰਟੈਕਟ ਕਰ ਸਕਦੇ ਹੋ। ਵੀ ਕੈਨ ਗਾਈਡ them ਐਂਡ ਹੈਲਪ them ਸਟੈਪ ਬਾਈ ਸਟੈਪ ਇਨ ਪ੍ਰੋਸੈਸਿੰਗ that entire application। ਐਂਡ ਜੇ ਤੁਹਾਨੂੰ ਇਸ ਟਾਈਮ ਤੇ ਨੋਵਾ ਸਕੋਸ਼ੀਆ ਦੇ ਵਿੱਚ ਜੌਬ ਚਾਹੀਦੀਆਂ, ਸਾਡੇ ਕੋਲ ਇਸ ਟਾਈਮ ਤੇ ਫਲੈਗ ਹੋਟਲ ਦੀਆਂ ਜੌਬਸ ਹੈਗੀਆਂ ਐਂਡ ਇਹੋ ਜਿਹੀਆਂ ਜੌਬਸ ਹੈਗੀਆਂ ਬਿਕੋਜ਼ EMPLOYER ਕੁਆਲੀਫਾਈਡ ਹੈਗਾ, ਡੈਜ਼ਿਗਨੇਟਡ ਹੈਗਾ। ਤੁਸੀਂ 1 ਸਾਲ ਕੰਮ ਕਰਨ ਤੋਂ ਬਾਅਦ ਅੰਡਰ PNP ਪ੍ਰੋਗਰਾਮ ਉੱਥੇ PR ਵਾਸਤੇ ਕੁਆਲੀਫਾਈ ਹੋ ਜਾਓਗੇ। ਸੋ ਗ੍ਰੇਡ 12 ਵਾਲੇ ਬੱਚੇ ਈਵਨ 5 ਬੈਂਡ ਲੈ ਲਓਗੇ ਤਾਂ ਵੀ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਉੱਥੇ ਪੋਸੀਬਲ ਹੋਏਗੀ। ਸੋ ਫॉर दैट ਗੈਟ ਇਨ ਟੱਚ ਵਿਦ ICC ਇਮੀਗ੍ਰੇਸ਼ਨ, www.iccimmigration.ca ਤੇ ਜਾ ਕੇ ਤੁਹਾਡੇ ਨਾਲ ਅਪਾਇੰਟਮੈਂਟ ਸ਼ੈਡਿਊਲ ਕਰ ਸਕਦੇ ਹੋ ਜਾਂ ਫਿਰ ਈਮੇਲ ਕਰ ਸਕਦੇ ਹੋ info@iccimmigration.ca ਜਾਂ ਫਿਰ ਫੋਨ ਨੰਬਰ ਹੈਗਾ ਜੀ ਸਾਡਾ 905-461-2424 905-461-2424। ਸਰ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਉਮੀਦ ਹੈ ਦਰਸ਼ਕਾਂ ਨੂੰ ਉਹਨਾਂ ਦੇ ਕੁਐਸਚਨ ਦੇ ਜਿਹੜੇ ਆਨਸਰ ਮਿਲ ਚੁੱਕੇ ਹੋਣਗੇ ਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਆਪਾਂ ਨਵੇਂ ਮੈਟਰ ਲੈ ਕੇ ਜਿਹੜੇ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਈਏ। ਥੈਂਕ ਯੂ ਵੈਰੀ ਮਚ ਮਨਪ੍ਰੀਤ। ਸੋ ਇਹ ਸੀਗੇ ਮਨੂ ਦੱਤਾ ਜੀ ਜਿਨ੍ਹਾਂ ਨੇ ਜਿਹੜੇ ਉਮੀਦ ਹੈ ਕਿ ਤੁਹਾਡੇ ਕੁਐਸਚਨਾਂ ਦੇ ਆਨਸਰ ਦਿੱਤੇ ਨੇ, ਸਹੀ ਦਿੱਤੇ ਨੇ ਤੇ ਤੁਹਾਨੂੰ ਜਿਹੜੇ ਆ ਇਹਨਾਂ ਦੇ ਆਪਣੇ ਕੁਐਸਚਨਾਂ ਦੇ ਆਨਸਰ ਮਿਲ ਵੀ ਚੁੱਕੇ ਹੋਣਗੇ। ਫਿਲਹਾਲ ਦੇ ਲਈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ ਦੇ ਵਿੱਚ ਫਿਲਹਾਲ ਇੰਨਾ ਹੀ। ਤੁਸੀਂ ਬਣੇ ਰਹੋ ਹਮਦਰਦ TV ਦੇ ਨਾਲ। ਸਤਿ ਸ਼੍ਰੀ ਅਕਾਲ।